ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। कोट पराध हमारे खंडो अनक विधि समझावो। हम ज्ञान अल्प मत थोड़ी तुम आपन बिरद रखाओ। तुमरी शरण तुम्हारी आशा तुम ही सजन सुहेले। राखो राखण हार दयाला नानक करके गोले। जी राखो राखण हार दयाला नानक करके गोले। वाहिगुरु जी का खालसा वाहिगुरु जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਆਪ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਆਪ ਜੀ ਸਫਲਾ ਕਰ ਰਹੇ ਹੋ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਬਖਸ਼ੀ ਦੇ ਸਦਕੇ ਆਪ ਅੰਮ੍ਰਿਤ ਵੇਲੇ ਜਾਗਦੇ ਹੋ। ਆਓ ਕੁਝ ਸਮਾਂ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਆਪ ਜੀ ਨਾਲ ਸਾਂਝ ਕਰੀਏ। ਸਤਿਗੁਰੂ ਮਿਹਰਾਮਤ ਭਰਿਆ ਹੱਥ ਰੱਖਣ, ਆਪਣੇ ਬੱਚਿਆਂ ਪਾਸੋਂ ਸੇਵਾ ਲੈਣ, ਮਨ ਬਿਰਤੀ ਨੂੰ ਇਕਾਗਰ ਕਰੀਏ। ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੋ ਕਿ ਸਿੱਖ ਨੂੰ ਸਚਿਆਰ ਬਣਾਉਣ ਵਾਸਤੇ ਸਤਿਗੁਰੂ ਰਹਿਮਤ ਕਰਦੇ ਹਨ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ। ਕਿਸ ਤਰ੍ਹਾਂ ਕੂੜ ਦੀ ਕੰਧ ਟੁੱਟੇ, ਉਸ ਪ੍ਰਕਰਨ ਨੂੰ ਲੈ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਨੂੰ ਹੀ ਨਹੀਂ ਸਾਰੀ ਖਲਕਤ ਨੂੰ ਉਪਦੇਸ਼ ਦੇ ਰਹੇ ਹਨ ਕਿ ਉਸ ਪਰਮਾਤਮਾ ਦਾ ਨਾਮ ਨੂੰ ਸੁਣ ਧਿਆਨ ਨਾਲ। ਜਿਹੜਾ ਧਿਆਨ ਨਾਲ ਸੁਣ ਕੇ ਉਸ ਪਰਮਾਤਮਾ ਦੀ ਗੱਲ ਮੰਨੇਗਾ ਤੇ ਮੰਨਣ ਦੀਆਂ ਕਿਤਨੀਆਂ ਬਖਸ਼ਿਸ਼ਾਂ ਸਤਿਗੁਰੂ ਨੇ 4 ਪੌੜੀਆਂ ਵਿੱਚ ਦੱਸੀਆਂ ਹਨ। ਹੁਣ ਲਗਾਤਾਰ 4 ਪੌੜੀਆਂ ਆਰੰਭ ਹੋਈਆਂ ਹਨ। ਮਹਾਰਾਜ ਪਿਛਲੀ ਪੌੜੀ ਵਿੱਚ ਜਿਨ੍ਹਾਂ ਨੇ ਮੰਨ ਲਿਆ ਉਹਨੂੰ ਪੰਚ ਦੀ ਸੰਗਿਆ ਦਿੱਤੀ, ਭਾਵ ਕਿ ਉਹ ਮੁਖੀ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਦਰ 'ਤੇ ਸੋਭਿਆ ਜਾਂਦਾ ਹੈ, ਉਹਦੀ ਪਰਮਾਤਮਾ ਦੇ ਘਰ ਵਿੱਚ ਵੀ ਜੈ ਜੈਕਾਰ ਹੁੰਦੀ ਹੈ। ਤਾਂ ਕਈ ਭਰਮਾਂ ਤੋਂ ਵੀ ਕੱਢ ਕੇ ਗੁਰੂ ਸਾਹਿਬ ਅੱਜ ਇਸ ਪੌੜੀ ਦੇ ਅੰਦਰ ਉਸ ਪ੍ਰਕਰਨ ਨੂੰ ਲੈ ਰਹੇ ਹਨ ਕਿ ਸੰਸਾਰ ਵਿੱਚ ਕਿਤਨੇ ਐਸੇ ਜੀਵ ਨੇ, ਕਿਹੜੇ ਕਿਹੜੇ ਕਰਮ ਕਰ ਰਹੇ ਹਨ। ਉਹਨਾਂ ਕਰਮਾਂ ਦਾ ਜ਼ਿਕਰ ਸਤਿਗੁਰੂ ਪਾਤਸ਼ਾਹ ਕਰ ਰਹੇ ਹਨ। ਤਾਂ ਸਭ ਤੋਂ ਪਹਿਲਾਂ ਕੀ ਕਹਿ ਰਹੇ ਹਨ, ਆਓ ਸਰਵਣ ਕਰੀਏ। ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪ ਤਾਓ। ਅਸੰਖ ਇੱਕ ਗਿਣਤੀ ਐਸੀ ਹੁੰਦੀ ਹੈ 10 100 1000 ਲੱਖ ਕਰੋੜ, ਫਿਰ ਅਰਬ ਕਹਿ ਦਿੰਦੇ ਹਾਂ, ਕਈ ਵਾਰੀ ਖਰਬ ਵੀ ਕਹਿੰਦੇ ਹਾਂ। ਪਰ ਅਸੰਖ ਐਸਾ ਅੱਖਰ ਹੈ ਜਿਹਦੀ ਕੋਈ ਗਿਣਤੀ ਨਹੀਂ ਹੈ, ਭਾਵ ਕਿ ਉਹ ਗਿਣਤੀ ਤੋਂ ਪਰੇ ਹੈ, ਉਹ ਮੈਥਮੈਟਿਕਸ ਵਿੱਚ ਨਹੀਂ ਹੈ। ਇੱਕ ਆਮ ਕਿਸੇ ਵੀ ਰਕਮ ਨੂੰ ਅਸੀਂ ਗਿਣਤੀ 'ਚ ਲਿਆ ਸਕਦੇ ਹਾਂ, ਪਰ ਜਦੋਂ ਅਸੰਖ ਲੱਗ ਜਾਏ ਉਹ ਗਿਣਤੀ ਤੋਂ ਪਰੇ ਹੋ ਜਾਂਦਾ ਹੈ, ਉਹ ਹਿੰਸੇ ਵਿੱਚ ਨਹੀਂ ਆਉਂਦਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਅਸੰਖ ਕੌਣ ਨੇ? ਜਪ। ਉਹ ਪਰਮਾਤਮਾ ਨੂੰ ਅਸੰਖਾਂ ਹੀ ਬੰਦੇ ਜਿਨ੍ਹਾਂ ਦੀ ਗਿਣਤੀ ਨਹੀਂ ਹੈ ਉਹ ਜਪ ਰਹੇ ਨੇ। ਜਪ ਗੁਰਬਾਣੀ ਵਿੱਚ 3 ਰੂਪਾਂ ਵਿੱਚ ਆਇਆ ਹੈ। ਇਹ ਜਪ ਜਿਹੜਾ ਆਇਆ ਹੈ ਬਿਨਾਂ ਔਂਕੜ ਤੋਂ ਹੈ, ਪੱਪਾ ਬਿਨਾਂ ਔਂਕੜ ਤੋਂ ਹੈ,
ਕਿੱਥੇ ਪੱਪੇ ਨੂੰ ਔਂਕੜ ਲੱਗੀ ਹੁੰਦੀ ਹੈ, ਕਿੱਥੇ ਪੱਪੇ ਨੂੰ ਸਿਹਾਰੀ ਲੱਗੀ ਹੁੰਦੀ ਹੈ। ਤੋ ਤਿੰਨਾਂ ਦੇ ਅਰਥ ਵੱਖਰੇ ਵੱਖਰੇ ਨੇ, ਪਰ ਉਚਾਰਨ ਜਿਹੜਾ ਹੈ ਉਹ ਜਪ ਹੀ ਹੈ। ਇੱਥੇ ਪੱਪਾ ਮੁਕਤਾ ਹੈ। ਮੁਕਤਾ ਤੋਂ ਭਾਵ ਕੋਈ ਲਗਾ ਮਾਤਰਾ ਟਿੱਪੀ ਬਿੰਦੀ ਨਹੀਂ ਹੈ। ਇਹਦਾ ਭਾਵ ਹੈ ਪਲੂਰਲ ਹੈ, ਬਹੁਵਚਨ ਹੈ। ਇੱਕ ਦੀ ਗੱਲ ਨਹੀਂ ਕਰ ਰਹੇ ਪਾਤਸ਼ਾਹ, ਅਨੇਕਾਂ ਦੀ ਗੱਲ ਕਰ ਰਹੇ ਨੇ। ਜੇ ਔਂਕੜ ਲੱਗੀ ਹੁੰਦੀ ਤੇ ਫਿਰ ਇੱਕ ਦੀ ਗੱਲ ਹੁੰਦੀ, ਤੇ ਜੇ ਪੱਪੇ ਨੂੰ ਸਿਹਾਰੀ ਹੁੰਦੀ ਤੇ ਇਹਦਾ ਮਤਲਬ ਸੀ ਕਿ ਜਪਨਾ ਕਰ। ਏਕੋ ਜਪ ਏਕੋ ਸਾਹ ਆਹਾ, ਏਕ ਸਿਮਰ ਏਕੋ ਮਨ ਆਹਾ। ਉੱਥੇ ਜਪਣ ਦੀ ਗੱਲ ਮਹਾਰਾਜ ਸੰਬੋਧ ਕਰਕੇ ਕਹਿ ਰਹੇ ਨੇ ਕਿ ਭਾਈ ਉਸ ਪਰਮਾਤਮਾ ਨੂੰ ਜਪ। ਇੱਥੇ ਜਿਹੜਾ ਜਪ ਆਇਆ ਪੱਪਾ ਮੁਕਤਾ ਆਇਆ, ਇਹਦਾ ਭਾਵ ਇਹ ਵੇ ਕਿ ਅਸੰਖਾਂ ਹੀ ਉਸ ਨੂੰ ਜਪ ਰਹੇ ਨੇ, ਔਰ ਅਸੰਖ ਭਾਓ ਔਰ ਅਸੰਖ ਹੀ ਪ੍ਰੇਮ ਕਰ ਰਹੇ ਨੇ। ਅਸੰਖ ਪੂਜਾ, ਅਸੰਖ ਲੋਕ ਉਸ ਦੀ ਪੂਜਾ ਕਰ ਰਹੇ ਨੇ ਜਿਹਦੀ ਵੀ ਗਿਣਤੀ ਨਹੀਂ ਹੈ। ਅਸੰਖ ਤਪ ਤਾਓ, ਕਈ ਐਸੇ ਵੀ ਨੇ ਜਿਹੜੇ ਬੇਸ਼ੁਮਾਰ ਨੇ, ਐਸੇ ਨੇ ਜਿਹੜੇ ਤਪੱਸਿਆ ਕਰੀ ਜਾ ਰਹੇ ਨੇ, ਤਪ ਕਰ ਰਹੇ ਨੇ ਉਹਦਾ, ਕੋਈ ਨੰਗੇ ਪੈਰੀ, ਕਿਸ ਤਰ੍ਹਾਂ ਦੇ ਕਰਮ ਨੇ। ਪਰ ਇੱਕ ਗੱਲ ਇੱਥੇ ਇਹ ਸੋਚਣ ਦੀ ਹੈ ਕਿ ਜੇ ਇਤਨੀਆਂ ਦੀ ਗਿਣਤੀ ਹੈ ਤੇ ਇਹਦਾ ਮਤਲਬ ਕੋਈ ਮਾੜਾ ਬੰਦਾ ਨਹੀਂ ਹੈ। ਜੇ ਸਾਰੇ ਜਪ ਰਹੇ ਨੇ, ਸਾਰੇ ਪਿਆਰ ਕਰ ਰਹੇ ਨੇ, ਅਗਲੀ ਪੌੜੀ ਚ ਮਾਰੇ ਕਹਿਣਗੇ ਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਜੇ ਇਹਨਾਂ ਦੀ ਗਿਣਤੀ ਹੈ ਤੇ ਉਹਨਾਂ ਦੀ ਵੀ ਬੜੀ ਗਿਣਤੀ ਹੈ। ਇਹਦਾ ਮਤਲਬ ਹੈ ਕਿ ਮਹਾਰਾਜ ਇਸ ਜਪਣ ਵਾਲਿਆਂ ਨੂੰ ਸਿਰਫ ਤੇ ਸਿਰਫ ਸਰੀਰ ਤਲ ਤੇ ਜਪ ਰਹੇ ਨੇ। ਫਿਰ ਧਿਆਨ ਨਾਲ ਸਰਵਣ ਕਰੋ ਕਿ ਜਿਹੜੇ ਜਪ ਰਹੇ ਨੇ ਨਾ, ਇਹਦਾ ਇਹ ਮਤਲਬ ਨਹੀਂ ਕਿ ਖਾਲੀ ਉਹ ਜਪ ਰਹੇ ਨੇ, ਉਹ ਅੰਦਰੋਂ ਕੁਝ ਹੋਰ ਵੀ ਹੋ ਸਕਦੇ ਨੇ। ਅੰਦਰੋਂ ਝੂਠੇ ਪਹਿਜ ਬਾਹਰ, ਦੁਨੀਆ ਅੰਦਰ ਫੈਲ, ਅੰਦਰੋਂ ਝੂਠੇ ਹੋ ਸਕਦੇ ਨੇ। ਤਪ ਜ਼ਰੂਰ, ਜਪ ਜ਼ਰੂਰ ਕਰ ਰਹੇ ਨੇ, ਬੜਾ ਜਪ ਕਰ ਰਹੇ ਨੇ, ਕਿੰਨੇ ਜਪ ਹੋ ਰਹੇ ਨੇ, ਕਿੰਨੇ ਹੀ ਲੋਕੀ ਉਹਨੂੰ ਪਿਆਰ ਕਰ ਰਹੇ ਨੇ। ਪਰ ਗੁਰੂ ਸਾਹਿਬ ਕਹਿੰਦੇ ਨੇ ਕਈ ਐਸੇ ਵੀ ਤੇ ਨੇ ਨਾ, ਫਿਰ ਜੇ ਇਹਨਾਂ ਦੀ ਗਿਣਤੀ ਨਹੀਂ ਦੱਸ ਸਕਦੇ ਤੇ ਇਹਦਾ ਮਤਲਬ ਹੈ ਕਿ ਵੀ ਸੰਸਾਰੀ ਕੋ ਮਾੜਾ ਬੰਦਾ ਹੈ ਹੀ ਨਹੀਂ। ਪਰ ਇਹ ਸਾਰੇ ਸਰੀਰਿਕ ਤੌਰ ਤੇ ਕਰ ਰਹੇ ਨੇ, ਸਰੀਰਿਕ ਤਲ ਤੇ ਕਰ ਰਹੇ ਨੇ, ਅੰਦਰੋਂ ਨਹੀਂ ਕਰ ਰਹੇ। ਹਾਲਤ ਉਹ ਵੇ ਸਾਡੀ, ਮਹਾਰਾਜ ਕਹਿੰਦੇ ਨੇ, ਇੱਕ ਗੁਰੂ ਰਾਮਦਾਸ ਜੀ ਦਾ ਬਚਨ ਆਉਂਦਾ ਹੈ, ਉਹ ਇਸ ਪੰਕਤੀ ਨੂੰ ਕਲੀਅਰ ਕਰ ਦਿੰਦਾ ਹੈ। ਹਰ ਹਰ ਕਰੇ ਨਿਤ ਕਪਟ ਕਮਾਵੇ, ਨਿਤ ਡੇਲੀ ਦੀਪਕ। ਦੋਨੋਂ ਤਰਫ ਕਿਸੇ ਦਰਵਾਜ਼ੇ ਦੀ ਦਹਲੀਜ਼ ਤੇ ਤੁਸੀਂ ਦੀਪਕ ਜਲਾ ਲਓ, ਉਹਦੀ ਰੋਸ਼ਨੀ ਦੋਨੋਂ ਤਰਫ ਹੁੰਦੀ ਹੈ। ਗੁਰੂ ਪਾਤਸ਼ਾਹ ਨੇ ਕਿਹਾ ਹਰ ਹਰ ਕਰੇ ਨਿਤ, ਨਿਤ ਅੱਖਰ ਡੇਲੀ ਦੀਪਕ ਹੈ। ਜਿਹੜਾ ਰੋਜ਼ ਵੀ ਜਪ ਰਿਹਾ ਹੈ, ਨਿਤ ਕਪਟ ਕਮਾਵੇ, ਇਹ ਦੋਨਾਂ ਵਾਸਤੇ ਲੱਗਦਾ ਹੈ। ਰੋਜ਼ ਕੰਮ ਵੀ ਚੰਗੇ ਕਰ ਰਹੇ ਨੇ ਪਰ ਕਪਟ ਵੀ ਕਮਾ ਰਹੇ ਨੇ, ਭਾਵ ਕਿ ਚੰਗੇ ਕਰਮ ਕਰ ਰਹੇ ਨੇ ਪਰ ਨਾਲ ਨਾਲ ਮਾੜੇ ਵੀ ਕਰ ਰਹੇ ਨੇ, ਦੋਨੋਂ ਤਰ੍ਹਾਂ ਦੇ ਕੰਮ। ਹੋਰ ਸੌਖਾ ਲੈ ਲਈਏ, ਮੈਂ ਕੱਲ ਸੋਚ ਰਿਹਾ ਸੀ, ਮੈਂ ਕਿਹਾ ਇਸ ਤੋਂ ਸੌਖਾ ਕੀ ਕੰਮ ਹੋ ਸਕਦਾ ਹੈ। ਹੁਣ ਕੋਈ ਘਰ ਦੀ ਔਰਤ ਪੋਚਾ ਮਾਰ ਰਹੀ ਹੈ, ਪੋਚਾ ਮਾਰਦੇ ਮਾਰਦੇ ਬੱਚਿਆਂ ਨੂੰ ਕਹਿੰਦੀ ਬਈ ਬੱਚਿਓ ਪੋਚੇ ਦੇ ਉੱਤੇ ਆਉਣਾ ਨਾ, ਕਿਉਂਕਿ ਜੇ ਤੁਸੀਂ ਗਿੱਲੇ ਪੋਚੇ ਤੇ ਮਾਰ ਰਹੀ ਆ ਫਰਸ਼ ਤੇ ਇਹ ਫਰਸ਼ ਗੰਦਾ ਹੋ ਜਾਏਗਾ, ਕਿਉਂਕਿ ਸੁੱਖਣ ਦੋ ਪਹਿਲਾਂ। ਗੱਲ ਸਾਡੀ ਸਿਰਫ ਇਹੀ ਹੈ ਕਿ ਪੋਚਾ ਵੀ ਮਾਰ ਰਹੀ ਹੈ, ਨਾਲ ਨਾਲ ਪੈਰ ਵੀ ਉੱਤੇ ਲਗਾ ਰਹੇ ਹਾਂ। ਇਹਦਾ ਭਾਵ ਇਹ ਵੇ ਕਿ ਅਸੀਂ ਚੰਗੇ ਕਰਮ ਕਰ ਵੀ ਰਹੇ ਹਾਂ ਪਰ ਨਾਲ ਮਾੜੀ ਬਿਰਤੀ ਨੂੰ ਵੀ ਨਹੀਂ ਛੱਡ ਰਹੇ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਕਿ ਹਰ ਹਰ ਕਰਹਿ ਨਿਤ ਕਪਟ ਕਮਾਵੇ। ਹਰ ਹਰ ਕਰਦਾ ਪਿਆ, ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ। ਅੰਦਰੋਂ ਮੈਲੇ ਨੇ, ਬਾਹਰੋਂ ਨਿਰਮਲ ਨੇ। ਅਸੰਖ ਜਪ, ਕਈ ਇਤਨੇ ਨੇ ਜਪ ਕਰਨ ਵਾਲੇ, ਪਰ ਮਹਾਰਾਜ ਕਹਿੰਦੇ ਨੇ ਉਹ ਵੀ ਤੇ ਨੇ ਨਾ ਜਿਹੜੇ ਮੂਰਖ ਵੀ ਨੇ, ਜਿਹੜੇ ਗਲੇ ਵੀ ਕੱਟ ਰਹੇ ਨੇ, ਜਿਹੜੇ ਹੱਤਿਆਵਾਂ ਵੀ ਕਰ ਰਹੇ ਨੇ, ਚੋਰ ਵੀ ਨੇ, ਹਰਾਮ ਖੋਰ ਵੀ ਨੇ। ਇਹਦਾ ਮਤਲਬ ਹੈ ਕਿ ਸਾਰੇ ਹਿਰਦੇ ਕਰਕੇ ਨਹੀਂ ਕਰ ਰਹੇ, ਮਨ ਕਰਕੇ ਨਹੀਂ ਜਪ ਰਹੇ, ਸਰੀਰਿਕ ਤੌਰ ਤੇ ਸਭ ਜਪ ਰਹੇ ਨੇ। ਅਸੰਖ ਜਪ ਅਸੰਖ ਭਾਓ,
ਹਰ ਹਰ ਕਰੈ ਨਿਤ ਕਪੜ ਕਮਾਵੇ ਹਿਰਦਾ ਸ਼ੁੱਧ ਨਾ ਹੋਈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਜੇ ਕਪੜ ਕਮਾ ਰਿਹਾ ਨਾ, ਇਸ ਤਰ੍ਹਾਂ ਦਾ ਜਪ ਕਰਨ ਨਾਲ ਕਦੇ ਵੀ ਹਿਰਦਾ ਸ਼ੁੱਧ ਨਹੀਂ ਹੁੰਦਾ। ਅਣ ਦਿਨ ਕਰਮ ਕਰੇ ਬੋ ਤੇਰੇ, ਰੋਜ਼ ਕਰਮ ਚੰਗੇ ਕਰ ਰਿਹਾ ਪਰ ਸੁਪਨੇ ਸੁਖ ਨਾ ਹੋਈ। ਪਰ ਇਹਦਾ ਸੁਖ ਸੁਪਨੇ ਵਿੱਚ ਵੀ ਨਹੀਂ ਆ ਸਕਦਾ। ਇੱਕ ਆਮ ਜ਼ਿੰਦਗੀ ਵਿੱਚ ਕੀ ਸੁਖ ਲੈਣਾ ਹੈ? ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਉਹਨੂੰ ਸੁਪਨੇ ਵਿੱਚ ਵੀ ਸੁਖ ਨਹੀਂ ਮਿਲੇਗਾ। ਅਸੰਖ ਭਾਉ ਬੜਾ ਪ੍ਰੇਮ ਕਰਦੇ ਨੇ, ਉਹਦੀ ਵੀ ਗਿਣਤੀ ਨਹੀਂ ਹੈ। ਪਰ ਪ੍ਰੇਮ ਵੀ ਸਾਧ ਸੰਗਤ ਮਤਲਬੀ ਹੈ। ਪ੍ਰੇਮ ਵੀ ਸਿਰਫ ਕਬੀਰ ਸਾਹਿਬ ਕਬੀਰ ਕਾਮ ਭਰੇ ਹਰ ਸਿਮਰੀ ਹੈ। ਜਦੋਂ ਕੰਮ ਪੈਂਦਾ ਤਾਂ ਹੀ ਸਿਮਰਦਾ ਹੈ। ਇਹਨੂੰ ਭਾਵ ਇਸ ਤਰ੍ਹਾਂ ਦਾ ਵੀ ਹੈ। ਕਈ ਵਾਰੀ ਰਿਸ਼ਤੇਦਾਰ ਦਾ ਫੋਨ ਆਉਂਦਾ ਹੈ, ਭਾਵੇਂ ਸਾਲੋ ਸਾਲ ਕੀਤਾ ਨਾ ਹੋਵੇ, ਪਰ ਬੰਦਾ ਕਹਿੰਦਾ ਹੋਰ ਦਰ ਸੁਣਾਓ, ਤੁਹਾਡਾ ਕੀ ਹਾਲ ਹੈ, ਪਾਪਾ ਜੀ ਦਾ ਕੀ ਹਾਲ ਹੈ, ਸਭ ਦਾ ਹਾਲ ਪੁੱਛਦੇ ਨੇ। ਸਿਆਣਾ ਬੰਦਾ ਹੁੰਦਾ, ਸਮਝ ਜਾਂਦਾ, ਕਹਿੰਦਾ ਪਾਪਾ ਜੀ ਦੇ ਚੰਗੇ ਭਲੇ ਨੇ, ਠੀਕ ਭਲੇ ਨੇ, ਤੂੰ ਗੱਲ ਦੱਸ ਤੈਨੂੰ ਕੰਮ ਕੀ ਹੈ। ਕਿਉਂਕਿ ਉਹ ਮਤਲਬੀ ਹੈ। ਕੋਟ ਮਦੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਕੋਈ ਵਿਰਲਾ ਹੀ ਸੇਵਕ ਹੁੰਦਾ ਹੈ, ਬਾਕੀ ਤੇ ਵਿਵਹਾਰ ਹੀ ਕਰ ਰਹੇ ਨੇ, ਮਤਲਬੀ ਨੇ। ਕਾਮ ਪਰੇ ਹਰ ਸਿਮਰੀ ਹੈ, ਐਸਾ ਸਿਮਰੋ ਨਿਤ। ਕਬੀਰ ਸਾਹਿਬ ਕਹਿੰਦੇ ਨੇ ਉਹ ਐਸਾ ਸਿਮਰ, ਜਦੋਂ ਕੰਮ ਪੈਂਦਾ ਅਸੀਂ ਪਰਮਾਤਮਾ ਨੂੰ ਯਾਦ ਕਰਨੇ ਆ। ਐਸੇ ਯਾਦ ਨੂੰ ਪ੍ਰੇਮ ਨਹੀਂ ਕਹਿੰਦੇ, ਉਹਨੂੰ ਮਤਲਬੀ ਪਿਆਰ ਕਹਿੰਦੇ ਨੇ। ਤੇ ਕਈ ਐਸੇ ਵੀ ਹੁੰਦੇ ਨੇ ਜਿਹੜੇ ਰੋਜ਼ਾਨਾ ਫੋਨ ਕਰਕੇ ਪੁੱਛਦੇ ਹਨ ਕੀ ਹਾਲ ਹੈ, ਉਹ ਦਿਲੋਂ ਪਿਆਰ ਕਰਦੇ ਨੇ। ਪਰ ਉਹ ਕੋਟ ਮਦੇ ਕੋ, ਉਹ ਕੋਟਨ ਮੇ ਨਾਨਕ ਕਉ ਨਾਰਾਇਣ ਜਹ ਚੀਤ, ਉਹ ਕਰੋੜਾਂ ਦੇ ਵਿੱਚ ਇੱਕ ਹੁੰਦੇ ਨੇ। ਬਾਕੀ ਤੇ ਸਾਰੇ ਹੀ ਮਤਲਬੀ ਪਿਆਰ ਪਰਮਾਤਮਾ ਨਾਲ ਕਰਦੇ ਨੇ। ਕਿ ਜਦੋਂ ਕੋਈ ਕੰਮ ਪੈ ਗਿਆ, ਘਰ ਵਿੱਚ ਦੁੱਖ ਆ ਗਿਆ, ਕੋਈ ਚੀਜ਼ ਦੀ ਘਾਟ ਹੈ ਮਾਇਕ ਪਦਾਰਥ ਦੀ, ਉਸ ਵੇਲੇ ਪਰਮਾਤਮਾ ਦੇ ਨਾਲ ਜੁੜਦੇ ਹਨ ਔਰ ਉਸ ਵੇਲੇ ਫਿਰ ਬਹੁਤ ਜ਼ਿਆਦਾ ਉਹ ਪਿਆਰ ਕਰਦੇ ਨੇ। ਪਰ ਉਹਨਾਂ ਦਾ ਪਿਆਰ ਉਦੋਂ ਤੱਕ ਹੈ ਜਦੋਂ ਤੱਕ ਉਹਦਾ ਕੰਮ ਪੂਰਾ ਨਹੀਂ ਹੋਣਾ। ਤਾਂ ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਭਾਈ ਕਿ ਅਸੰਖ ਜਪ ਜਿਨ੍ਹਾਂ ਦੀ ਗਿਣਤੀ ਨਹੀਂ ਹੈ, ਉਸ ਤਰ੍ਹਾਂ ਦਾ ਜਪ ਕਰ ਰਹੇ ਨੇ ਸਰੀਰਕ ਤੌਰ ਤੇ, ਸਰੀਰਕ ਤਲ ਤੇ। ਬਸ ਅਸੰਖ ਭਾਉ, ਅਸੰਖੀ ਭਾਉ ਉਹਨੂੰ ਪਿਆਰ ਕਰ ਰਹੇ ਨੇ। ਅਸੰਖ ਪੂਜਾ, ਵਾਹ ਕਿੰਨੀ ਤਰ੍ਹਾਂ ਦੀਆਂ ਅੱਜ ਪੂਜਾ ਹੋ ਰਹੀਆਂ ਨੇ। ਜੇ ਘਰ 'ਚ ਬੱਚਾ ਨਹੀਂ, ਕਰ ਲੋ ਪੂਜਾ। ਦੁਕਾਨ ਤੇ ਕੰਮ ਨਹੀਂ ਚੱਲ ਰਿਹਾ, ਕਰੋ ਪੂਜਾ। ਘਰ ਤੰਗੀ ਏ, ਕਰ ਲੋ ਪੂਜਾ। ਇਸ ਤਰ੍ਹਾਂ ਦੀਆਂ ਪੂਜਾ ਹੋ ਰਹੀਆਂ ਨੇ। ਸਿਰਫ ਮਾਇਕ ਪਦਾਰਥਾਂ ਦੀ ਘਾਟ ਕਰਕੇ, ਘਰ ਵਿੱਚ ਔਲਾਦ ਨਹੀਂ ਹੈ, ਪੂਜਾ ਹੋ ਰਹੀ ਹੈ। ਪਰਮਾਤਮਾ ਪ੍ਰਤੀ ਪ੍ਰੇਮ ਦੇ ਕਰਕੇ ਪੂਜਾ ਨਹੀਂ ਹੋ ਰਹੀ। ਦੁਕਾਨ ਤੇ ਗਾਹਕ ਨਹੀਂ ਆ ਰਿਹਾ, ਪੂਜਾ ਹੋ ਰਹੀ ਹੈ। ਭਾਵੇਂ ਪੂਜਾ ਹੋਣ ਤੋਂ ਬਾਅਦ ਗਾਹਕ ਆ ਜਾਏ, ਉਹਦਾ ਗਲਾ ਵੀ ਕੱਟਣਾ ਪੈ ਜਾਏ, ਪਰ ਪੂਜਾ ਹੋ ਰਹੀ ਹੈ। ਮਹਾਰਾਜ ਕਹਿੰਦੇ ਨੇ ਐਸੀ ਪੂਜਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਹੈ। ਦੇਖੋ ਹਰ ਘਰਾਂ ਦੇ ਵਿੱਚ ਪੂਜਾ ਹੋ ਰਹੀਆਂ ਨੇ, ਹਵਨ ਹੋ ਰਹੇ ਨੇ, ਹਰ ਬੰਦਾ ਪੂਜਾ ਕਰ ਰਿਹਾ ਹੈ। ਪਰ ਪੂਜਾ ਦਾ ਮਕਸਦ ਸਿਰਫ ਇਹੀ ਹੈ ਕਿ ਪਰਮਾਤਮਾ ਮੇਰੇ ਜੀਵਨ ਦੀ ਲੋੜਵੰਦ ਚੀਜ਼ਾਂ ਮੈਨੂੰ ਪੂਰੀਆਂ ਕਰ। ਇਹਦੀ ਪੂਜਾ ਹੈ। ਕਦੀ ਕੋਈ ਰੱਬ ਕਰਕੇ ਵੀ ਉੱਠਦਾ ਹੈ, ਕੋਈ ਰੱਬ ਨੂੰ ਮਿਲਣ ਵਾਸਤੇ ਵੀ ਪੂਜਾ ਕਰਦਾ ਹੈ। ਪੂਜਾ ਸਾਰੀਆਂ ਠੀਕ ਨੇ, ਪਰ ਉਹ ਪੂਜਾ ਵਿੱਚ ਜੇ ਪ੍ਰੇਮ ਨਹੀਂ, ਪੂਜਾ ਦੇ ਵਿੱਚ ਮਾਰੇ ਕਹਿੰਦੇ ਨੇ, ਦੇਖੋ ਜਿਹੜੀਆਂ ਚੀਜ਼ਾਂ ਇਹ ਸੁਖਮਨੀ ਸਾਹਿਬ ਵਿੱਚ ਪੰਕਤੀਆਂ ਆਉਂਦੀਆਂ ਨਾ, 5 ਤਰ੍ਹਾਂ ਦੇ ਸਰੀਰ ਗੁਰੂ ਅਰਜਨ ਦੇਵ ਮਹਾਰਾਜ ਕੋਲ ਆਏ। ਸਭ ਨੇ ਵੱਖਰੀ ਵੱਖਰੀ ਮੰਗ ਰੱਖੀ। ਜੇ ਮੈਨੂੰ ਪਦਾਰਥ ਚਾਹੀਦੇ ਨੇ, ਕੋਈ ਕਹਿੰਦਾ ਮੇਰੀ ਸ਼ੋਭਾ ਹੋਵੇ, ਕੋਈ ਕਹਿੰਦਾ ਮੇਰੇ ਹੰਕਾਰ। ਤਾਂ ਮਹਾਰਾਜ ਨੇ ਫਿਰ ਸਾਰਿਆਂ ਨੂੰ ਦੱਸਿਆ, 5 ਨੂੰ। ਇੱਕ ਕਹਿੰਦਾ ਮੈਨੂੰ ਪਦਾਰਥ ਚਾਹੀਦੇ, ਮਹਾਰਾਜ ਕਹਿੰਦੇ 4 ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ। ਪੂਜਾ ਉਹ ਵੀ ਹੋ ਰਹੀ ਹੈ। 4 ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ। ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗਿਓ ਮੈਂ ਚੋਰੈ। ਮਹਾਰਾਜ ਕਹਿੰਦੇ ਕੋਈ ਆਇਆ ਜਨਮ ਮਰਨ ਕਰ, ਜੇ ਕੋ ਜਨਮ ਮਰਨ ਤੇ ਡਰੈ
ਸਾਜਨਾ ਕੀ ਸ਼ਰਨੀ ਪਰੈ। ਪਰ ਇੱਕ ਸਰੀਰ ਆਇਆ, ਮਹਾਰਾਜ ਕਹਿੰਦੇ ਨੇ ਅਸੀਂ ਤੁਹਾਡੇ ਦਰਸ਼ਨਾਂ ਵਾਸਤੇ ਆਏ ਹਾਂ। ਉਹਦੀ ਬਾਬਤ ਗੁਰੂ ਸਾਹਿਬ ਕਹਿੰਦੇ ਨੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਕਿਸੇ ਨੂੰ ਨਹੀਂ ਕਿਹਾ ਬਲ ਜਾਣ ਵਾਸਤੇ, ਸਿਰਫ ਬਲ ਜਾਣ ਵਾਸਤੇ ਕਿਹਨੂੰ ਕਿਹਾ? ਜਿਹੜਾ ਦਰਸ਼ਨਾਂ ਦਾ ਅਭਿਲਾਸ਼ੀ ਹੋ ਕੇ, ਜਿਹੜਾ ਨਿਸਵਾਰਥ ਹੋ ਕੇ, ਜਿਹਦੇ ਅੰਦਰ ਕੋਈ ਕਾਮਨਾ ਤੋਂ ਰਹਿਤ ਹੋ ਕੇ ਕੋਈ ਪੂਜਾ ਕਰ ਰਿਹਾ। ਕੋਈ ਪੂਜਾ ਕਰਨੀ ਮਾੜੀ ਨਹੀਂ ਹੈ, ਪਰ ਪੂਜਾ ਦੇ ਅੰਦਰ ਸਵਾਰਥ ਹੈ, ਉਹ ਤੇ ਵਿਵਹਾਰ ਹੋ ਗਿਆ। ਜੇ ਅਸੀਂ ਕਿਸੇ ਨਾਲ, ਰੱਬ ਨਾਲ ਅਸੀਂ ਸੌਦਾ ਕਰ ਰਹੇ ਹਾਂ, ਇਸ ਤਰ੍ਹਾਂ ਸਮਝ ਲਓ, ਮੈਨੂੰ ਖਿਮਾ ਕਰ ਦੇਣਾ, ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ। ਮਹਾਰਾਜ ਕਹਿੰਦੇ ਐਸਾ ਸਿਮਰ ਜਿਹਨੂੰ ਤੈਨੂੰ ਕਾਮ ਹੋਵੇ ਨਾ ਹੋਵੇ। ਇਹਦਾ ਮਤਲਬ ਮੇਰਾ ਕੰਮ ਹੋ ਗਿਆ ਫਿਰ ਬਾਬਾ ਜੀ ਸਤਿ ਸ੍ਰੀ ਅਕਾਲ, ਨਹੀਂ। ਤਾਂ ਹੀ ਮਹਾਰਾਜ ਨੇ ਸਾਨੂੰ ਨਿਤ ਨੇਮ ਕਿਹਾ ਕਿ ਰੋਜ਼ ਦਾ, ਨਿਤ ਦਾ ਭਾਵ ਹੁੰਦਾ ਰੋਜ਼, ਰੋਜ਼ ਨੇਮ ਕਰਨਾ ਹੈ, ਕਿਉਂਕਿ ਰੋਜ਼ ਆਤਮਾ ਨੂੰ ਖੁਰਾਕ ਚਾਹੀਦੀ ਹੈ। ਤਾਂ ਗੁਰੂ ਸਾਹਿਬ ਇੱਥੇ ਸਮਝਾਣਾ ਕਰ ਰਹੇ ਨੇ ਕਿ ਉਹਨਾਂ ਦੀ ਵੀ ਗਿਣਤੀ ਕੋ, ਇਹ ਨਹੀਂ ਕਿ ਹੁਣ ਉਹਨਾਂ ਦੀ ਗਿਣਤੀ ਨਹੀਂ ਹੈ, ਇਹਦਾ ਮਤਲਬ ਸਾਰੇ ਹੀ ਜਪ ਰਹੇ ਨੇ। ਜਪ ਰਹੇ ਨੇ, ਪਰ ਸਰੀਰਿਕ ਤੌਰ ਤੇ, ਆਤਮਿਕ ਤੌਰ ਤੇ ਨਹੀਂ, ਰੂਹਾਨੀਅਤ ਦੇ ਮਾਰਗ ਵਾਸਤੇ ਨਹੀਂ ਜਪ ਰਹੇ। ਕਦੀ ਅਸੀਂ ਆਪਣੇ ਮਨ ਨੂੰ ਵੇਖੀਏ, ਕਦੀ ਸਵੇਰੇ ਉੱਠ ਕੇ ਇਹ ਲਾਲਚ ਲੈ ਕੇ ਲਿਆ ਕਿ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਅਕਸਰ ਸਾਨੂੰ ਮੰਗ ਹੀ ਲੈ ਕੇ ਸਵੇਰੇ ਉਠਾਉਂਦੀ ਹੈ, ਸਾਨੂੰ ਜੀਵਨ ਦੀ ਕੋਈ ਘਾਟ ਹੀ ਸਾਨੂੰ ਸਵੇਰੇ ਉਠਾਉਂਦੀ ਹੈ। ਗੁਰੂ ਕੋਲੋਂ ਮੰਗਣ ਹੀ ਆਈਦਾ, ਇਹ ਵਿਵਹਾਰ ਹੈ। ਦੇਣਾ ਮੰਗਣਾ ਤੇ ਗੁਰੂ ਕੋਲ ਹੀ ਹੈ। ਮਾਨ ਮੰਗੂ ਤਾਨ ਮੰਗੂ, ਧਨ ਲਖਮੀ ਸੁਤ ਦੇ, ਤੇਰੇ ਕੋਲੋਂ ਹੀ ਮੰਗਣਾ ਹੈ। ਪਰ ਕਦੀ ਕਿੱਥੇ ਆ ਕੇ ਆਪਣੇ ਪਿਓ ਨੂੰ ਹੀ ਨਾ ਮੰਗ ਲਈਏ ਕਿ ਬਾਪੂ ਅੱਜ ਮੈਂ ਤੈਨੂੰ ਮੰਗਣ ਆਇਆ ਵਾਂ, ਤੇ ਬਾਪੂ ਕਿੰਨਾ ਖੁਸ਼ ਹੋਏਗਾ। ਤਾਂ ਗੁਰੂ ਸਾਹਿਬ ਕਹਿੰਦੇ ਨੇ ਅਸੰਖਾਂ ਹੀ ਪੂਜਾ ਕਰ ਰਹੇ ਨੇ, ਅਸੰਖ ਤਪ ਤਾਓ, ਤਪ ਕਰ ਰਹੇ ਨੇ, ਧੂਣੀਆਂ ਤੁਖਾ ਰਹੇ ਨੇ, ਸ਼ੀਲੇ ਕੱਟ ਰਹੇ ਨੇ। ਕਈ ਕਹਿੰਦੇ ਅਸੀਂ ਨੰਗੇ ਪੈਰ ਗੁਰੂ ਸਾਹਿਬ ਦੇ ਘਰ ਜਾਵਾਂਗੇ, ਮੈਂ ਨੰਗੇ ਪੈਰ ਅਮਰਨਾਥ ਦੀ ਯਾਤਰਾ ਕਰਾਂਗਾ, ਹੇਮਕੁੰਟ ਸਾਹਿਬ ਦੀ ਯਾਤਰਾ ਕਰਾਂਗਾ। ਉਸ ਚੀਜ਼ਾਂ ਦਾ ਪਰਮਾਤਮਾ ਦੇ ਘਰ ਨਾਲ ਕੋਈ ਤਲਕ ਨਹੀਂ। ਜੇ ਮੈਨੂੰ ਖਿਮਾ ਕਰ ਦੇਣਾ, ਹੋ ਸਕਦਾ ਹੈ ਜੋ ਕਰਦਾ ਹੋਵੇ ਉਹਨੂੰ ਚੋਟ ਲੱਗੇ, ਪਰ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਘਰ ਵਿੱਚ ਮਨ ਹੱਠ ਕਿਨੇ ਨਾ ਪਾਇਓ, ਜਾਂ ਇਸ ਤਰ੍ਹਾਂ ਕਹਿ ਲਓ ਕਿ ਸਰੀਰ ਨੂੰ ਕਸ਼ਟ ਦੇ ਕੇ ਪਰਮਾਤਮਾ ਦੇ ਘਰ ਪਹੁੰਚਣਾ ਇਹ ਮਾਰਗ ਹੀ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਨੇ ਅਸੰਖ ਗ੍ਰੰਥ ਮੁਖ ਵੇਦ ਪਾਠ, ਐਸੇ ਵੀ ਅਸੰਖ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੈ। ਉਹਨੇ ਗ੍ਰੰਥ ਨੇ, ਧਾਰਮਿਕ ਪੁਸਤਕਾਂ ਨੇ, ਮੁਖ ਵੇਦ ਪਾਠ, ਕਈ ਫਿਰ ਉਹਨਾਂ ਦੇ ਪਾਠ ਜ਼ੁਬਾਨੀ ਕਰੀ ਜਾ ਰਹੇ ਨੇ, ਜ਼ੁਬਾਨੀ ਕਰ ਰਹੇ ਨੇ, ਬਸ ਹਿਰਦੇ ਨਾਲ ਕੋਈ ਪਾਠ ਨਹੀਂ ਕਰ ਰਿਹਾ। ਪੂਰਾ ਪਾਠ ਕਰ ਲਿਆ ਪਰ ਪੰਕਤੀ ਇੱਕ ਵੀ ਸਮਝ ਨਹੀਂ ਆਈ। ਪੜ ਗੱਡੀ ਲੱਦੀ ਹੈ, ਗੱਡੇ ਜ਼ਰੂਰ ਲੱਦ ਲਏ ਨੇ। ਇੱਕ ਇਹ ਗੱਲ ਹੀ ਜ਼ਰੂਰ ਬਣਾ ਲਈਏ ਕਿ ਮੈਂ ਰੋਜ਼ ਨਿਤਨੇਮ ਸੁਖਮਣੀ ਸਹਿਜ ਪਾਠ ਰੋਜ਼ ਕਰਨਾ, ਪਰ ਮਹਾਰਾਜ ਕਹਿੰਦੇ ਨੇ ਪੰਕਤੀ ਤੇ ਇੱਕ ਵੀ ਨਹੀਂ ਵਸਾਈ। ਸੰਤ ਸਿੰਘ ਜੀ ਮਸਕੀਨ ਕੋਲ ਇੱਕ ਸ਼ਰੀਰ ਆਇਆ, ਕਹਿਣ ਲੱਗਾ, ਮਸਕੀਨ ਸਾਹਿਬ ਨੇ ਪੁੱਛਿਆ ਕਿ ਭਲਿਆ ਪੁਰਖਾ ਕੀ ਨੇਮ ਹੈ? ਬੜੇ ਹੰਕਾਰ ਵਿੱਚ ਕਹਿੰਦਾ ਮੈਂ ਰੋਜ਼ 5 ਪਾਠ ਸੁਖਮਣੀ ਸਾਹਿਬ ਦੇ ਕਰਨਾ, ਮੈਂ ਰੋਜ਼, ਮੈਂ। ਤੇ ਮਸਕੀਨ ਸਾਹਿਬ ਕਹਿੰਦੇ ਨੇ ਸਿੱਖਾ, ਪਰ ਇੱਕ ਪੰਕਤੀ ਦੀ ਝਲਕ ਵੀ ਤੇਰੇ ਚਿਹਰੇ ਤੋਂ ਨਹੀਂ ਆ ਰਹੀ। ਖਾਲੀ ਪੜਨ ਤੱਕ ਨਾ ਰਹਿ ਜਾਈਏ, ਮੁੱਖੋਂ ਉਚਾਰਨ ਤੱਕ ਨਾ ਰਹਿ ਜਾਈਏ, ਕਿਤੇ ਹਿਰਦੇ ਵਿੱਚ ਵੀ ਵਸ ਜਾਏ। ਤਾਂ ਗੁਰੂ ਸਾਹਿਬ ਕਹਿੰਦੇ ਨੇ ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਲੋਕ ਐਸੇ ਨੇ ਜਿਹੜੇ ਯੋਗ ਧਾਰਨ ਕੀਤਾ ਹੋਇਆ ਹੈ। ਯੋਗ ਹੁੰਦਾ ਮਿਲਾਪ, ਤੇ ਯੋਗੀ ਜਿਹੜਾ ਯੋਗੀ ਹੁੰਦਾ ਹੈ ਉਹ ਸਮਝੋ ਕਿ ਮਿਲਿਆ ਹੋਇਆ ਪ੍ਰਮਾਤਮਾ ਦੇ ਨਾਲ, ਪਰ ਉਹ ਆਪਣੇ ਆਪ ਨੂੰ ਜੋਗੀ ਕਹਿੰਦੇ ਨੇ, ਪਰ ਉਹ ਮਿਲੇ ਨਹੀਂ ਹੁੰਦੇ। ਉਹ ਸਰੀਰਿਕ ਤੌਰ ਤੇ ਹੀ ਵਿਚਾਰਾਂ ਨਾਲ ਕਹਿ ਰਹੇ ਨੇ, ਪਰ ਅੰਦਰੋਂ ਨਹੀਂ ਮਿਲੇ ਹੋਏ। ਉਹਨਾਂ ਦੀ ਵੀ ਗਿਣਤੀ ਅਨੇਕ ਹੈ।
मन रहे उदास, ਉਹ ਉਦਾਸ ਰਹਿੰਦੇ ਨੇ, ਐਸੇ ਵੀ ਨੇ। ਦੇਖੋ ਇੱਥੇ ਇੱਕ ਮੈਂ ਨੁਕਤਾ ਸਾਂਝ ਕਰਾਂਗਾ। ਗੁਰੂ ਸਾਹਿਬ ਨੇ ਸਾਨੂੰ ਘਰ-ਬਾਰ ਛੱਡਣ ਵਾਸਤੇ ਨਹੀਂ ਕਿਹਾ। ਇੱਕ ਗੱਲ ਪਕੜ 'ਚ ਰੱਖ ਲੈਣਾ, ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਕਰਕੇ ਨਿਰੰਕਾਰ ਨੂੰ ਨਹੀਂ ਛੱਡਿਆ। ਧਿਆਨ ਦੇਣਾ, ਸੰਸਾਰ ਕਰਕੇ ਨਿਰੰਕਾਰ ਨੂੰ ਨਹੀਂ ਛੱਡਿਆ ਤੇ ਨਿਰੰਕਾਰ ਕਰਕੇ ਸੰਸਾਰ ਨੂੰ ਵੀ ਨਹੀਂ ਛੱਡਿਆ। ਦੋਨੋਂ ਹੀ ਗੱਲਾਂ ਨੇ, ਬੜੀ ਵੱਡੀ ਗੱਲ ਹੈ, ਨੁਕਤਾ ਹੈ। ਸੰਸਾਰ ਕਰਕੇ ਮਾਰੇ ਕਹਿੰਦੇ ਨੇ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਕਰਕੇ ਨਿਰੰਕਾਰ ਨੂੰ ਨਹੀਂ ਛੱਡਿਆ ਤੇ ਨਿਰੰਕਾਰ ਕਰਕੇ ਸੰਸਾਰ ਨੂੰ ਨਹੀਂ ਛੱਡਿਆ। ਸਾਡੀ ਕੀ ਹਾਲਤ ਹੈ? ਅਸੀਂ ਸੰਸਾਰ ਕਰਕੇ ਨਿਰੰਕਾਰ ਨੂੰ ਛੱਡ ਦਿੰਦੇ ਹਾਂ। ਅਸੀਂ ਸੰਸਾਰ ਵਿੱਚ ਹੀ ਲਿਪਤ ਹੋ ਜਾਂਦੇ ਹਾਂ। ਤੇ ਸਾਡੀ ਇੱਕ ਹੋਰ ਵੀ ਹਾਲਤ ਹੈ, ਅਸੀਂ ਨਿਰੰਕਾਰ ਕਰਕੇ ਸੰਸਾਰ ਨੂੰ ਵੀ ਛੱਡ ਦਿੰਦੇ ਹਾਂ। ਕਈ ਐਸੇ ਨੇ ਘਰ-ਬਾਰ ਹੀ ਛੱਡ ਗ੍ਰਸਤੀ ਛੱਡ ਦਿੰਦੇ ਨੇ। ਦੋਨੋਂ ਹੀ ਗੱਲਾਂ ਨੇ, ਨੁਕਤਾ ਫੜਨ ਵਾਲੀ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਸੰਸਾਰ ਛੱਡਣ ਦੀ ਵੀ ਲੋੜ ਨਹੀਂ ਤੇ ਨਿਰੰਕਾਰ ਵੀ ਛੱਡਣ ਦੀ ਲੋੜ ਨਹੀਂ। ਤੂੰ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਿਰਾ ਆਕਾਰ ਨੂੰ ਤੂੰ ਪਕੜ ਚ ਲਿਆਣਾ ਹੈ, ਜਿਹਦਾ ਉਹਦਾ ਨਿਰਗੁਣ ਰੂਪ ਹੈ। ਦੇਖੋ ਸਰਗੁਣ ਰੂਪ ਹੈ ਨਾ ਜਿਹੜਾ, ਇਹ ਨਸ਼ਟ ਹੋ ਜਾਣਾ, ਖਤਮ ਹੋ ਜਾਣਾ। ਜੋ ਤੁਸੀਂ ਸੰਸਾਰ ਵੇਖ ਰਹੇ ਆ ਨਾ, ਇਹ ਸਾਰਾ ਸਰਗੁਣ ਰੂਪ ਹੈ ਪ੍ਰਮਾਤਮਾ। ਇਹ ਇੱਕ ਦਿਨ ਖਤਮ, ਸਰਗੁਣ ਰੂਪ ਖਤਮ ਹੋ ਜਾਣਾ ਹੈ, ਉਹਦਾ ਹੀ ਰੂਪ ਹੈ। ਇੱਕ ਰੂਪ ਹੈ ਨਿਰਗੁਣ ਰੂਪ, ਜਿਹੜਾ ਮੈਂ ਬੋਲ ਰਿਹਾ, ਆਵਾਜ਼ ਆ ਰਹੀ, ਨਜ਼ਰ ਨਹੀਂ ਆ ਰਹੀ, ਇਹ ਨਿਰਗੁਣ ਰੂਪ ਹੈ। ਖੁਸ਼ਬੂ ਹੈ, ਨਜ਼ਰ ਨਹੀਂ ਆਉਂਦੀ। ਤੇ ਪਰਮਾਤਮਾ ਨੇ, ਗੁਰੂ ਨਾਨਕ ਪਾਤਸ਼ਾਹ ਨੇ ਨਿਰੰਕਾਰ ਕਰਕੇ ਸੰਸਾਰ ਨਹੀਂ ਛੱਡਿਆ, ਸੰਸਾਰ ਕਰਕੇ ਨਿਰੰਕਾਰ ਨਹੀਂ ਛੱਡਿਆ। ਦੁਨੀਆ ਦੇ ਲੋਕਾਂ ਨੇ ਸੰਸਾਰ ਵਿੱਚ ਖੱਚਤ ਹੋ ਕੇ ਨਿਰੰਕਾਰ ਨੂੰ ਛੱਡ ਦਿੱਤਾ ਤੇ ਜਾਂ ਨਿਰੰਕਾਰ ਦੀ ਖਾਤਰ ਸੰਸਾਰ ਨੂੰ ਛੱਡਤਾ। ਮੁਨਕਰ ਹੋ ਗਏ, ਘਰੋਂ ਬਾਹਰ ਨਿਕਲ ਗਏ, ਕੰਦਰਾਂ ਵਿੱਚ ਚਲੇ ਗਏ, ਗ੍ਰਸਤ ਜੀਵਨ ਛੱਡ ਗਏ, ਆਪਣੀ ਜ਼ਿੰਮੇਵਾਰੀਆਂ ਛੋੜ ਦਿੱਤੀਆਂ। ਗੁਰੂ ਸਾਹਿਬ ਕਹਿੰਦੇ ਨਹੀਂ, ਤੂੰ ਗ੍ਰਸਤ ਵਿੱਚ ਰੱਖ ਕੇ ਹਾਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਨਾਲ। ਕਿੰਨਾ ਵਧੀਆ ਨੁਕਤਾ ਹੈ। ਕੋਈ ਘਰ ਛੱਡਣ ਦੀ, ਕੋਈ ਪੁੱਤਰ ਧੀਆਂ ਛੱਡਣ ਦੀ, ਆਪਣੇ ਜ਼ਿੰਮੇਵਾਰੀਆਂ ਤੋਂ ਨਾ ਭੱਜੋ। ਸੂਰਮਾ ਤੇ ਉਹੀ ਹੈ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੇ ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾਂ ਕੇ। ਜੇ ਮੈਂ ਜ਼ਿੰਮੇਵਾਰੀਆਂ ਤੋਂ ਹੀ ਭੱਜ ਗਿਆ ਤੇ ਫਿਰ ਤੇ ਮੈਂ ਨਾਮ ਜਪ ਸਕਣਾ। ਸਵਾਲ ਤਾਂ ਵੇ ਸੂਰਮਾ ਹੋਵੇ ਬੰਧਨਾਂ ਵਿੱਚ ਰਹਿੰਦੇ ਹੋਏ ਬੰਧਨ ਤੋਂ ਮੁਕਤ ਹੋਣਾ। ਜਿਸ ਤਰ੍ਹਾਂ ਬੇੜੀ ਪਾਣੀ ਵਿੱਚ ਰਹਿੰਦੀ ਏ, ਤਰਦੀ ਵੀ ਪਾਣੀ ਵਿੱਚ ਏ ਤੇ ਡੁੱਬਦੀ ਵੀ ਪਾਣੀ ਵਿੱਚ ਏ। ਗ੍ਰਸਤ ਵਿੱਚ ਬੰਦਾ ਡੁੱਬਦਾ ਵੀ ਏ ਤੇ ਗ੍ਰਸਤ ਵਿੱਚ ਰਹਿ ਕੇ ਤਰ ਵੀ ਜਾਂਦਾ ਹੈ। ਗ੍ਰਸਤਨ ਮੇ ਤੂੰ ਬੜੋ ਗ੍ਰਸਤੀ। ਗੁਰੂ ਸਾਹਿਬ ਸਾਰੇ ਜੀਵਨ ਵਾਲੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਸੰਭਾਲੀਆਂ ਨੇ। ਤਾਂ ਗੁਰੂ ਸਾਹਿਬ ਇੱਥੇ ਕਹਿੰਦੇ ਨੇ, ਅਸੰਖ ਜੋਗ ਮਨ ਰਹੇ ਉਦਾਸ। ਬੜੇ ਉਦਾਸ ਉਪਰਾਮ ਹੋ ਕੇ ਨਿਕਲ ਜਾਂਦੇ ਨੇ, ਐਸਿਆਂ ਦੀ ਗਿਣਤੀ ਬਹੁਤ ਹੈ। ਅਸੰਖ ਭਗਤ, ਗੁਣ ਗਿਆਨ ਵਿਚਾਰ, ਭਗਤ ਵੀ ਬੜੇ ਨੇ, ਅੱਖਾਂ ਬੰਦ ਕਰਕੇ ਬੈਠੇ ਨੇ। ਕਾਵ ਹੈ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਖ ਧਿਆਨ ਲਗਾਇਓ। ਐਸੇ ਵੀ ਭਗਤ ਨੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਭਗਤ ਵੀ ਵੈਸੇ 3 ਅੱਖਰਾਂ ਵਿੱਚ, 3 ਰੂਪਾਂ ਵਿੱਚ ਸਾਨੂੰ ਦਰਸ਼ਨ ਹੋਣਗੇ, ਤੱਤਾ ਮੁਕਤਾ, ਤੱਤਾ ਔਂਕੜ ਤੇ ਤੱਤਾ ਸਿਆਰੀ। ਇਹਨਾਂ ਦੇ ਉਚਾਰਨ ਭਗਤ ਹੀ ਹੋਏਗਾ, ਪਰ ਅਰਥਾਂ 'ਚ ਫਰਕ ਹੈ। ਇੱਥੇ ਤੱਤਾ ਮੁਕਤਾ ਹੈ, ਬਹੁਤੇ ਭਗਤਾਂ ਦੀ ਗੱਲ ਹੋ ਰਹੀ ਹੈ। ਜੇ ਤੱਤੇ ਨੂੰ ਔਂਕੜ ਹੁੰਦੀ, ਹੁਣ ਕਈ ਵਾਰੀ ਅਸੀਂ ਪਿੱਛੇ ਵੀ ਪੜ੍ਹ ਕੇ ਆਏ ਕਿ ਰਾਹਾ, ਉਹ ਰਾਹੋ ਨਹੀਂ ਪੜ੍ਹਨਾ, ਰਾਹੋ ਵਿਆਕਰਣ ਸੰਬੰਧਿਤ ਹੈ ਤੇ ਭਗਤ ਨੂੰ ਤੱਤਾ ਮੁਕਤਾ ਹੈ। ਇਟ ਮੀਨਸ ਇਹ ਬਹੁਤੇ ਪਲੂਰਲ ਭਗਤਾਂ ਦੀ ਗੱਲ ਹੋ ਰਹੀ ਹੈ, ਬਹੁਤੇ ਜ਼ਿਆਦਾ ਭਗਤਾਂ ਦੀ ਗੱਲ ਹੈ। ਜੇ ਤੱਤੇ ਨੂੰ ਔਂਕੜ ਹੁੰਦਾ ਤੇ ਇੱਕ ਭਗਤ ਦੀ ਗੱਲ ਹੋ ਰਹੀ ਹੁੰਦੀ, ਤੇ ਜੇ ਭਗਤ ਤੱਤੇ ਨੂੰ ਸਿਹਾਰੀ ਹੁੰਦੀ ਤੇ ਉਹਦਾ ਭਾਵ ਸੀ ਭਗਤੀ। ਇੱਥੇ ਤੱਤਾ ਮੁਕਤਾ ਹੈ, ਅਰਥ ਆਪੇ ਕਲੀਅਰ ਹੋ ਜਾਂਦੇ ਨੇ ਕਿ ਅਸੰਖਾਂ ਹੀ ਭਗਤ ਨੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਹੈ। ਭਗਤਾਂ ਦਾ ਪਤਾ ਹੀ ਹੈ ਆਪ ਸਾਰਿਆਂ ਨੂੰ, ਕੈਸੇ ਕੈਸੇ ਨਾਮ ਆਪਣੇ ਭਗਤ ਜੀ, ਭਗਤ ਜੀ। ਕਈਆਂ ਨੇ ਕਿੰਨਾ ਕੁਝ ਲਿਖਵਾ ਰੱਖਿਆ ਹੈ ਆਪਣੇ ਨਾਮ ਦੇ, ਤਕੀਆ ਕਲਾਮ। ਤੇ ਮਹਾਰਾਜ ਕਹਿੰਦੇ ਨੇ ਉਹਨਾਂ ਦੀ ਵੀ ਗਿਣਤੀ ਬਹੁਤ ਹੈ, ਪਰ ਸਰੀਰਿਕ ਤਲ ਤੇ ਨੇ। ਗੁਣ ਗਿਆਨ ਵਿਚਾਰ, ਗੁਣਾਂ ਦੇ ਗਿਆਨ ਦੀ ਵਿਚਾਰ ਵੀ ਕਰ ਰਹੇ ਨੇ, ਪਰ ਅੰਦਰੋਂ ਨਹੀਂ ਭਿੱਜੇ ਹੋਏ।
ਇਹ ਉਹਨਾਂ ਦੀ ਵੀ ਗਿਣਤੀ ਬਹੁਤ ਹੈ। ਅਸੰਖ ਸਤੀ ਅਸੰਖ ਦਾਤਾਰ, ਅਸੰਖਾਂ ਹੀ ਐਸੇ ਨੇ ਜਿਹੜੇ ਸਤੀ, ਵੈਸੇ ਸਤੀ ਦੇ ਵੀ ਅਰਥ ਨੇ ਬੜੇ। ਇੱਕ ਹੁੰਦਾ ਕਿ ਪਹਿਲਾਂ ਜ਼ਮਾਨੇ ਵਿੱਚ ਘਰ ਵਾਲਾ ਮਰਦਾ ਸੀ ਤੇ ਜਨਾਨੀ ਨੂੰ ਸਤੀ ਹੋਣਾ ਪੈਂਦਾ ਸੀ, ਉਹਨੂੰ ਜਿੰਦਿਆਂ ਜੀ ਉਸੇ ਚਿਕਾ ਵੀ ਜਲਾ ਦਿੰਦੇ ਸੀ, ਇਹ ਵੀ ਸਤੀ ਹੈ। ਤੇ ਇੱਕ ਹੁੰਦਾ ਸੀ ਸਤੀ ਹੁੰਦਾ ਸੱਚ ਬੋਲਣ ਵਾਲਾ, ਤੇ ਇੱਕ ਸਤੀ ਹੁੰਦਾ ਦਾਨੀ। ਹੁਣ ਪ੍ਰਕਰਨ ਦੇ ਮੁਤਾਬਕ ਅਸੀਂ ਇਸ ਨੂੰ ਮਹਾਰਾਜ ਇੱਥੇ ਕੀ ਕਹਿ ਰਹੇ ਨੇ, ਇੱਥੇ ਦਾਨ ਦੀ ਗੱਲ ਕਰ ਰਹੇ ਨੇ। ਅਸੰਖ ਸਤੀ, ਅਸੰਖਾਂ ਹੀ ਲੋਕ ਐਸੇ ਨੇ ਜਿਨ੍ਹਾਂ ਦੀ ਗਿਣਤੀ ਨਹੀਂ, ਉਹ ਦਾਨੀ ਨੇ। ਅਸੰਖ ਦਾਤਾਰ, ਕਈ ਦਾਤੇ ਬਣੇ ਹੋਏ ਨੇ ਜੀ। ਮੈਂ ਅੱਜ ਕੱਲ੍ਹ ਤੇ ਗੁਰੂ ਮੈਨੂੰ ਖਿਮਾ ਕਰ ਦੇਣਾ, ਬਚਨ ਕੋੜੇ ਹੁੰਦੇ ਨੇ। ਕਈ ਕਹਿੰਦੇ ਵੀਰ ਜੀ ਤੁਸੀਂ ਬੜੇ ਕੋੜੇ ਬਚਨ, ਕੋੜੇ ਨਹੀਂ ਨੇ। ਦਵਾਈ ਜਿੰਨੀ ਕੋੜੀ ਹੋਏਗੀ ਨਾ, ਡਾਕਟਰ ਉਹਨੂੰ ਨਾ ਕੈਪਸੂਲ ਵਿੱਚ ਪਾ ਦਿੰਦਾ ਹੈ। ਕਿਉਂ? ਕਿਉਂਕਿ ਭਾਈ ਤੁਸੀਂ ਕਦੀ ਮੂੰਹ 'ਚ ਕੈਪਸੂਲ ਖੁੱਲ ਜਾਏ ਨਾ ਤੇ ਬੜਾ ਕੋੜਾ ਹੁੰਦਾ ਹੈ, ਪਰ ਜਿੰਨਾ ਅਸਰ ਕੈਪਸੂਲ ਕਰਦਾ ਨਾ ਹੋਰ ਕੋਈ ਕੰਮ ਨਹੀਂ ਕਰਦੇ। ਤੇ ਪਾਤਸ਼ਾਹ ਇੱਥੇ ਕਹਿ ਰਹੇ ਨੇ ਕਿ ਸਤੀ, ਕਈ ਆਪਣੇ ਆਪ ਨੂੰ ਦਾਨੀ ਬਣੇ ਪਏ ਨੇ। ਕਈ ਗੁਰਦੁਆਰਿਆਂ ਵਿੱਚ ਜੀ, ਮੈਂ ਗੁਰਦੁਆਰੇ ਇਹਨਾਂ ਦਾਨ ਦਿੱਤਾ, ਉਹ ਵਾਹ। ਗੁਰਦੁਆਰੇ ਗੁਰੂ ਘਰ ਦੇ ਵਿੱਚ ਦਾਨੀ ਅੱਖਰ ਨਹੀਂ ਜੇ। ਦਾਨੀ ਸਿਰਫ ਪ੍ਰਭੂ ਪਰਮਾਤਮਾ ਹੈ, ਗੁਰੂ ਨਾਨਕ ਨੇ। ਉਹਨਾਂ ਤੋਂ ਵੱਡਾ ਦਾਨੀ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦਾਨੀ ਕੋਈ ਨਹੀਂ ਜੇ। ਇਹ ਦਿਨ ਆਏ ਨੇ ਨਾ ਜਿਹੜੇ, ਹੈ ਕੋਈ ਸਰਮਨ ਸਦਾਨੀ ਜਿਹਨੂੰ ਕਿਹਾ। ਅਸੀਂ ਗੁਰਦੁਆਰੇ ਵਿੱਚ ਭੇਟਾਂ ਹੁੰਦੀਆਂ ਨੇ, ਆਪਣੇ ਆਪ ਨੂੰ ਦਾਤਾਰ ਬਣੇ ਹੋਏ ਨੇ ਸਾਰੇ ਜੀ। ਮੈਂ ਵੱਡਾ ਦਾਤਾ ਜੀ, ਸਾਰੀ ਪੂਰਾ ਸਾਲ ਠੱਗੀਆਂ ਮਾਰ ਮਾਰ ਕੇ ਫਿਰ ਕੰਬਲ ਵੰਡਦੇ ਹੁੰਦੇ ਨਹੀਂ, ਮੈਂ ਦਾਤਾ ਵਾਂ। ਆਪ ਤੇ ਤੂੰ ਚੋਰੀਆਂ ਕਰਕੇ ਤੇ ਦਾਤਾ ਬਣਿਆ ਪਿਆ। ਗੁਰੂ ਘਰ ਦੇ ਵਿੱਚ ਦਾਨ ਅੱਖਰ ਨਹੀਂ ਜੇ। ਗੁਰੂ ਘਰ ਵਿੱਚ ਜਦੋਂ ਵੀ ਕੁਝ ਰੱਖ ਕੇ ਆਓ, ਗੁਰੂ ਨੂੰ ਭੇਟਾ ਕਰਕੇ ਆਇਓ। ਦੇਖੋ ਦਾਨੀ ਤੇ ਉਹ ਹੁੰਦਾ ਜਿਹੜਾ ਭਿਖਾਰੀ ਨੂੰ ਦਿੰਦਾ ਹੈ। ਗੁਰੂ ਭਿਖਾਰੀ ਹੈ ਕੋਈ? ਮੈਨੂੰ ਖਿਮਾ ਕਰ ਦੇਣਾ, ਇਹਦਾ ਮਤਲਬ ਮੈਂ ਦਾਤਾ ਬਣ ਗਿਆ, ਗੁਰੂ ਭਿਖਾਰੀ ਬਣ ਗਿਆ? ਨਹੀਂ, ਦਾਨ ਪਾਤਰ ਨਹੀਂ ਹੁੰਦਾ। ਮੈਨੂੰ ਖਿਮਾ ਕਰ ਦੇਣਾ ਸੰਗਤ ਜੀ, ਕਈ ਅੱਖਰਾਂ ਤੋਂ ਅਸੀਂ ਗੁਰੇਜ਼ ਕਰੀਏ, ਅਸੀਂ ਵਾਪਸ ਆਈਏ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਨੂੰ ਨਿਮਾਣਾਪਨ ਲੈ ਕੇ ਆਈਏ। ਦੇਖੋ ਦਾਨੀ ਸਿਰਫ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਲੋਕੀ ਤੇ ਕੋਠੀ ਦਾਨ ਕਰਦੇ ਨੇ, ਮਾਇਆ ਦਾਨ ਕਰਦੇ ਨੇ ਨਾ, ਪੁੱਤਰ ਤੋਂ ਰੁਪਏ ਵਾਰਦੇ ਨੇ। ਕਿਸੇ ਨੇ ਕਿਹਾ ਰੁਪਏ ਵਾਰ ਰਹੇ ਹੋ, ਕਿਉਂ ਵਾਰ ਰਹੇ ਹੋ? ਕਹਿੰਦੇ ਮੇਰੇ ਕੋਲ ਬਹੁਤ ਨੇ। ਮੇਰੇ ਇਹਦਾ ਭਾਵ ਹੈ ਕਿ ਇਹਦੇ ਪ੍ਰਤੀ ਮਾਇਆ ਵੀ ਕੁਛ ਨਹੀਂ ਹੈ ਮੇਰੇ ਪੁੱਤਰ ਪ੍ਰਤੀ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਦੇਸ਼ ਵਾਸਤੇ, ਇਸ ਪੰਥ ਵਾਸਤੇ ਆਪਣੇ ਚਾਰੋਂ ਲਾਲ ਵਾਰਤੇ। ਤਾਂ ਹੀ ਖਿਤਾਬ ਮਿਲਿਆ ਨਾ ਕਿ ਪਿਤਾ ਸ਼ਹੀਦ ਤੇ ਪੁੱਤਰ ਵੀ ਸ਼ਹੀਦ। ਉਹਨਾਂ ਤੋਂ ਵੱਡਾ ਦਾਨੀ ਕੀ ਹੋਏਗਾ ਜਿਨ੍ਹਾਂ ਦੇ ਚਿਹਰੇ ਤੇ ਸ਼ਿਕਨ ਨਹੀਂ ਹੈ। ਤਾਂ ਮਹਾਰਾਜ ਇੱਥੇ ਕਹਿ ਰਹੇ ਨੇ ਅਸੰਖ ਸਤੀ ਅਸੰਖ ਦਾਤਾਰ, ਅਸੰਖੀ ਦਾਤਾ ਬਣੇ ਨੇ, ਅਸੰਖੀ ਦਾਨੀ ਨੇ, ਪਰ ਉਹ ਦਰਅਸਲ ਭਿਖਾਰੀ ਨੇ। ਤੋ ਅਸੰਖ ਸੂਰ ਮੂੰਹ ਪਕਸਾਰ। ਸੂਰ ਵੀ 3 ਅੱਖਰਾਂ ਵਿੱਚ ਗੁਰਬਾਣੀ ਦਰਸ਼ਨ ਹੁੰਦੇ ਨੇ। ਇੱਕ ਸੂਰ ਹੁੰਦਾ ਸ੍ਰੇਸ਼ਟ, ਇੱਕ ਸੂਰ ਦਾ ਭਾਵ ਹੁੰਦਾ ਫੌਲਾਦ ਵਾਲਾ। ਤੇ ਮਹਾਰਾਜ ਇੱਥੇ ਕਹਿ ਰਹੇ ਨੇ ਅਸੰਖ ਸੂਰ ਮੂੰਹ ਪਕਸਾਰ। ਕਈ ਐਸੇ ਵੀ ਸੂਰਮੇ ਯੋਧੇ ਨੇ ਜਿਹੜੇ ਮੂੰਹ ਤੋਂ ਪਕਸਾਰ, ਭਾਵ ਕਿ ਸਾਰ ਤੋਂ ਭਾਵ ਕਿ ਉਹ ਮੂੰਹ ਦੇ ਉੱਤੇ ਚੋਟਾਂ ਸਾਰ ਲੈਂਦੇ ਨੇ, ਐਸੇ ਵੀ ਨੇ। ਦੇਖੋ ਜਦੋਂ ਕਦੀ ਇਹਨੂੰ ਹੋਰ ਕਲੀਅਰ ਕਰ ਲਈਏ, ਜਦੋਂ ਜੰਗ ਵਿੱਚ ਕੋਈ ਲੜਾਈ ਜਾਂ ਕੋਈ ਜਾਂਦੇ ਨੇ ਨਾ ਸੂਰਵੀਰ, ਉਹ ਮਾਰਨ ਤੋਂ ਬਾਅਦ ਪਹਿਲਾਂ ਪ੍ਰੈਕਟਿਸ ਕਰਦੇ ਨੇ ਮਾਰ ਖਾਣ ਦੀ, ਸਹਾਰਨ ਦੀ। ਤੁਸੀਂ ਬਾਕਸਰ ਦੇਖੋ, ਜਿਹੜੇ ਬਾਕਸਿੰਗ ਕਰਦੇ ਨਾ, ਉਹ ਪਹਿਲਾਂ ਸਾਹਮਣੇ ਵਾਲੇ ਨੂੰ ਕਹਿੰਦੇ ਨੇ, ਜਿਹੜਾ ਪ੍ਰੈਕਟਿਸ ਕਰ ਰਹੇ ਹੁੰਦੇ ਨਾ, ਆਪਣੇ ਦੇ ਉੱਤੇ ਸਹਾਰਨ ਦੇ, ਅਟੈਕ ਆਪਣੇ ਤੇ ਵੀ ਸਰੀਰ ਸਹਾਰ ਸਕੇ, ਅਟੈਕ ਕਿਸੇ ਦਾ ਸਹਾਰ ਲਈਏ, ਤੇ ਤਾਂ ਕਿ ਉਹ ਜੰਗੇ ਮੈਦਾਨ ਜਿੱਥੇ ਮਾਰ ਰਹੇ ਨੇ, ਮਾਰ ਖਾਣ ਦਾ ਵੀ ਸਮਾਂ ਆਵੇ ਤੇ ਡਟ ਕੇ ਖੜੇ ਹੋ ਜਾਣ। ਤੇ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਦੀ ਵੀ ਗਿਣਤੀ ਬਹੁਤ ਜੇ। ਅਸੰਖ ਸੂਰ ਮੂੰਹ ਪਕਸਾਰ, ਉਹ ਆਪਣੇ ਮਤਲਬ ਮੂੰਹ ਦੇ ਉੱਤੇ ਵੀ ਸੱਟਾਂ ਸਹਾਰਨ ਦੇ ਵਾਸਤੇ ਵੀ ਤਿਆਰ ਹੁੰਦੇ ਨੇ। ਅਸੰਖ ਮੋਨ ਲਿਵ ਲਾਏ ਤਾਰ, ਕਈ ਐਸੇ ਨੇ ਇੱਕ ਤਾਰ ਲਾ ਕੇ ਚੁੱਪ ਬੈਠੇ ਨੇ, ਬੋਲਣਾ ਹੀ ਨਹੀਂ ਹੈ।
ਇਹਦਾ ਵੀ ਅਸੀਂ ਵਿਚਾਰ ਕਰ ਰਹੇ ਹਾਂ। ਚੁੱਪੈ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਿਵ ਤਾਰ। ਕਈ ਐਸੇ ਨੇ ਲਿਵ ਲਾ ਕੇ ਬੈਠੇ ਨੇ, ਬੋਲਣਾ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਸਨ ਮਨ ਬੋਲਣ ਦੀ ਗੱਲ ਨਹੀਂ ਕਰ ਰਹੇ। ਜੇ ਮਨ ਨੂੰ ਚੁੱਪ ਰਹਿਣ ਦੀ ਗੱਲ ਕਰਦੇ ਤੇ ਰਸਨਾ ਲਾਉਂਦੇ ਹੀ ਨਹੀਂ। ਮਾਰੇ ਤੇ ਮਨ ਕਹਿ ਰਹੇ ਨੇ ਅੰਦਰੋਂ ਤੂੰ ਚੁੱਪ ਕਰ, ਤੇਰਾ ਮਨ ਸ਼ਾਂਤ ਹੋਣਾ ਚਾਹੀਦਾ ਹੈ। ਮਨ ਤੇ ਉਛਾਲੇ ਮਾਰ ਰਿਹਾ, ਮਨ ਤੇ ਚੁੱਪ ਰਹਿਣ ਨਹੀਂ ਦੇ ਰਿਹਾ, ਬਾਹਰੋਂ ਚੁੱਪ ਹੋਣ ਕੇ ਮਾਰੇ ਕਹਿੰਦੇ ਨੇ ਜਬ ਲਗ ਦੁਨੀਆ ਰਹੀਏ ਨਾਨਕਾ, ਕਿਛ ਸੁਣੀਏ ਕਿਛ ਕਹੀਏ। ਜਦ ਤੱਕ ਦੁਨੀਆ ਹੈ, ਹਾਂ ਬੋਲੋ। ਮਾਰੇ ਨੇ ਬੋਲਣ ਨੂੰ ਨਹੀਂ ਮਨਾ ਕੀਤਾ, ਫਾਲਤੂ ਦਾ ਨਹੀਂ, ਅਜ਼ਾਇਆ ਨਹੀਂ। ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਬੋਲਣਾ ਹੈ, ਮਹਾਰਾਜ ਨੇ ਬੋਲਣ ਵਾਸਤੇ ਨਹੀਂ ਮਨਾ ਕੀਤਾ। ਕੋਈ ਕਹੇ ਬੋਲਣ ਵਾਸਤੇ ਮਨਾ ਕਿਤੇ ਪਾਠ ਹੀ ਨਹੀਂ ਕਰਨਾ। ਪਾਠ ਵਕਤ ਬੰਦਾ ਬੋਲਦਾ ਹੀ ਨਹੀਂ ਹੈ, ਤੇ ਕਿੱਥੇ ਲੜਾਈ ਹੋਏ ਤੇ ਉਸ ਟਾਈਮ ਉਹਦੀ ਆਵਾਜ਼ ਇੰਨੀ ਉੱਚੀ ਹੁੰਦੀ ਹੈ। ਮੈਂ ਕਈਆਂ ਨੂੰ ਵੇਖਣਾ ਸੰਗਤ ਦੇ ਜਾਂਦੇ ਨੇ, ਆਵਾਜ਼ ਹੀ ਨਹੀਂ, ਬੋਲਦੇ ਹੀ ਨਹੀਂ, ਪਾਠ ਹੀ ਨਹੀਂ ਕਰਦੇ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ, ਉਸ ਵੇਲੇ ਧਾ ਕੱਢ ਕੇ ਬੋਲਦਾ ਹਟ ਜਾਓ ਵੀ ਮੇਰੇ ਤੋਂ ਉੱਚੇ ਤੁਸੀਂ ਬੋਲ ਕੇ ਦਿਖਾਓ। ਉਹ ਬੋਲਣਾ ਵਿਅਰਥ ਹੈ। ਸੰਗਤ ਵਿੱਚ ਜਦੋਂ ਜਪਦੇ ਹੋ ਸਤਨਾਮ ਸ੍ਰੀ ਵਾਹਿਗੁਰੂ, ਉਹ ਬੋਲ ਤੁਹਾਡੇ ਕਬੂਲ ਨੇ। ਉਹ ਵਜ੍ਹਾ ਬੋਲਣਾ ਹੈ, ਮਿੱਠਾ ਬੋਲਣ, ਨਿਵ ਚੱਲਣ, ਮਿੱਠਾ ਬੋਲਣਾ, ਬੋਲਣਾ ਹੈ। ਮਹਾਰਾਜ ਨੇ ਬੋਲਣ ਨੂੰ ਮਨਾ ਨਹੀਂ ਕੀਤਾ। ਜੇ ਮਹਾਰਾਜ ਬੋਲ ਨਾ ਬੋਲਦੇ ਤੇ ਸੰਸਾਰ ਨੂੰ ਤਾਰ ਨਹੀਂ ਸਕਦੇ ਸਨ। ਬੋਲਣ ਨਾਲ ਹੀ ਸਤਿਗੁਰੂ ਨੇ ਸੰਸਾਰ ਨੂੰ ਮੋਹ ਦਿੱਤਾ ਔਰ ਪਰਮਾਤਮਾ ਦੇ ਨਾਲ ਜੋੜ ਦਿੱਤਾ। ਤੇ ਕਈ ਐਸੇ ਫਿਰਕੇ ਵੀ ਨੇ ਜੀ, ਭਗਤੀ ਕਰ ਲਈ ਬੋਲਣਾ ਹੀ ਨਹੀਂ। ਜੇ ਬੋਲੋਗੇ ਨਹੀਂ, ਆਪਣੇ ਬੱਚਿਆਂ ਨੂੰ ਕੀ ਸੰਦੇਸ਼ ਦੋਗੇ ਬਿਨਾਂ ਬੋਲੇ? ਸਤਿਗੁਰੂ ਕਹਿੰਦੇ ਨੇ ਜਿਹੜੀ ਚੁੱਪ ਰਹਿਣ ਵਾਲੀ ਗੱਲ ਸੀ ਉਹ ਮਨ ਦੀ ਸੀ, ਮਨ ਨੂੰ ਸ਼ਾਂਤ ਕਰਨਾ ਸੀ। ਉਹ ਗੁਰਬਾਣੀ ਰਾਹੀਂ ਹੁੰਦਾ ਹੈ। ਜਿਹੜਾ ਮਨ ਨੱਚਦਾ ਹਰ ਵੇਲੇ, ਮਨ ਉਛਾਲੇ ਮਾਰਦਾ ਹੈ, ਮਹਾਰਾਜ ਕਹਿੰਦੇ ਨੇ ਉਹਨੂੰ ਮੈਂ ਸ਼ਾਂਤ ਕਰਨ ਵਾਸਤੇ ਕਿਹਾ। ਤੇ ਤੂੰ ਕੀ ਕੀਤਾ? ਤੂੰ ਜਿਹੜੀ ਜ਼ਬਾਨ ਸੀ ਉਹਨੂੰ ਤਾਲਾ ਲਾ ਦਿੱਤਾ। ਹੁਣ ਮੇਰੇ ਜ਼ਬਾਨ ਤੇ ਤਾਲਾ, ਤੇ ਮੁੱਖੋਂ ਵਾਹਿਗੁਰੂ ਕਿਵੇਂ ਬੋਲਾਂਗਾ? ਤੋ ਮਹਾਰਾਜ ਇੱਥੇ ਕਹਿੰਦੇ ਨੇ ਉਹਨਾਂ ਦੀ ਵੀ ਗਿਣਤੀ ਬਹੁਤ ਜੇ। ਅਸੰਖ ਮੋਨ ਲਿਵ ਲਾਏ ਤਾਰ, ਇੱਕ ਤਾਰ ਲਾ ਕੇ ਲਗਾਤਾਰ ਚੁੱਪ ਬੈਠੇ ਨੇ, ਉਹਨਾਂ ਦੀ ਗਿਣਤੀ ਬਹੁਤ ਹੈ। ਤੋ ਮਹਾਰਾਜ ਫਿਰ ਅਖੀਰ ਵਿੱਚ ਫੈਸਲਾ ਦਿੰਦੇ ਨੇ, ਜਿਹੜਾ ਪੌੜੀ ਦਾ ਤੱਤ ਸਾਰ ਹੁੰਦਾ ਹੈ। ਕੁਦਰਤ ਕਵਣ ਕਹਾ ਵਿਚਾਰ, ਕੁਦਰਤ ਭਾਵ ਤਾਕਤ, ਉਹਦੀ ਤਾਕਤ ਨੂੰ ਮੈਂ ਨਹੀਂ ਦੱਸ ਸਕਦਾ। ਮਹਾਰਾਜ ਕਹਿੰਦੇ ਨੇ ਕਿ ਉਹ ਪਰਮਾਤਮਾ ਦੀ ਸ਼ਕਤੀ ਕਿੰਨੀ ਹੈ, ਮੈਂ ਕੀ ਵਿਚਾਰ ਕਰਕੇ ਦੱਸਾਂ? ਇਹ ਨਿਮਾਣਾਪਨ ਹੈ। ਇਤਨਾ ਕੁਝ ਸਾਨੂੰ ਸਮਝਾ ਕੇ ਪਰਮਾਤਮਾ ਬਾਰੇ ਕਹਿ ਰਹੇ ਨੇ ਗੁਰੂ ਨਾਨਕ ਜੀ ਕਿ ਹੇ ਪਰਮਾਤਮਾ, ਤੇਰੀ ਤਾਕਤ ਨੂੰ ਮੈਂ ਵਿਚਾਰ ਨਹੀਂ ਕਰ ਸਕਦਾ। ਤੁਸੀਂ ਕਹੋ ਕਿ ਮੈਂ ਕਿੰਨੀ ਵਾਰੀ ਕਰਾਂ? ਮਹਾਰਾਜ ਕਹਿੰਦੇ ਨੇ ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਇੱਕ ਵਾਰ ਵੀ ਤੇਰੇ ਤੋਂ, ਭਾਵ ਕਿ ਕੁਰਬਾਨ ਨਹੀਂ ਜਾ ਸਕਦਾ ਇੱਕ ਵਾਰ ਵੀ। ਜੋ ਤੁਧ ਭਾਵੈ ਸਾਈ ਪਲਿਕਾਰ। ਹੇ ਪਰਮਾਤਮਾ, ਇਹ ਨਿਮਰਤਾ ਦੀ ਨਿਸ਼ਾਨੀ ਹੈ। ਜੋ ਤੈਨੂੰ ਚੰਗਾ ਲੱਗਦਾ ਹੈ, ਜੋ ਤੁਧ ਭਾਵੈ। ਹੇ ਪਰਮਾਤਮਾ, ਹੇ ਮੇਰੇ ਪਿਤਾ, ਹੇ ਮੇਰੇ ਗੁਰੂ, ਜੋ ਤੁਹਾਨੂੰ ਚੰਗਾ ਲੱਗਦਾ ਹੈ, ਜੋ ਤੁਧ ਭਾਵੈ, ਜਿਹੜੀ ਗੱਲ ਪਰਮਾਤਮਾ ਤੁਹਾਨੂੰ ਚੰਗੀ ਲੱਗਦੀ ਹੈ, ਇਹਨੂੰ ਕਹਿੰਦੇ ਰਜ਼ਾ ਵਿੱਚ ਰਹਿਣਾ। ਛੋਟੇ ਸਾਹਿਬਜ਼ਾਦੇ ਰਜ਼ਾ ਵਿੱਚ ਸਨ, ਵੱਡੇ ਸਾਹਿਬਜ਼ਾਦੇ ਰਜ਼ਾ ਵਿੱਚ ਸਨ। ਉਹ ਰਜ਼ਾ ਦੇ ਵਿੱਚ ਹੀ ਸਾਡੀ ਬੰਦ ਖਲਾਸੀ ਹੈ। ਰਜ਼ਾ ਵਿੱਚ ਹੀ ਅਸੀਂ ਮੁਕਤ ਹੋਣਾ ਹੈ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੇ ਕੋਏ। ਇੱਕ ਰਜ਼ਾ ਵਿੱਚ ਰਹਿਣਾ ਹੀ ਸਾਡੀ ਬੰਦ ਖਲਾਸੀ ਹੈ। ਤੋ ਮਹਾਰਾਜ ਕਹਿੰਦੇ ਨੇ ਜੋ ਤੁਧ ਭਾਵੈ, ਹੇ ਪਰਮਾਤਮਾ, ਮੈਂ ਕਿੰਤੂ ਪਰੰਤੂ ਨਹੀਂ ਕਰ ਰਿਹਾ। ਜੋ ਤੈਨੂੰ ਚੰਗਾ ਲੱਗਦਾ ਹੈ, ਸਾਈ ਭਲੀ ਕਾਰ, ਉਹੀ ਕੰਮ ਚੰਗਾ ਹੈ। ਕਾਰ ਹੁੰਦਾ ਕੰਮ। ਇਸ ਕੰਮ ਨੂੰ ਅਸੀਂ ਫੜ ਲਈਏ ਕਿ ਜਿਹੜਾ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਭਲਾ ਹੈ। ਜੋ ਪਰਮਾਤਮਾ ਕਰ ਰਿਹਾ ਹੈ, ਕਦੀ ਐ ਨਾ ਕੋ ਪਰਮਾਤਮਾ ਕੀ ਕੀਤਾ ਹੈ, ਉਹਦੇ ਵਿੱਚ ਉਹਦੀ ਰਜ਼ਾ ਲੱਭੋ। ਜੇ ਮਾੜਾ ਹੋਇਆ ਹੈ ਤੇ ਆਪਣੇ ਕਰਮਾਂ ਨੂੰ ਚੈੱਕ ਕਰ, ਬਜਾਏ ਪਰਮਾਤਮਾ ਵੱਲ ਉਂਗਲ ਚੁੱਕਣ ਤੇ। ਮੈਂ ਅਕਸਰ ਫਿਲਮ ਕੋਈ ਨਾਟਕ ਦੇਖਣਾ ਵਾ ਨਾ, ਤੇ ਉਹ ਰੱਬ ਨੂੰ ਆ ਕੇ ਕਿੰਨਾ ਕੋਸਦੇ ਨੇ, ਰੱਬ ਤੂੰ ਮੇਰੇ ਨਾਲ ਇਹ ਕਰਤਾ, ਰੱਬ ਇਹ ਕਰਤਾ। ਰੱਬ ਨੇ ਨਹੀਂ ਕੀਤਾ। ਰੱਬ ਤੇ ਕਰਮਾਂ ਦਾ ਹਿਸਾਬ ਕਰਦਾ ਹੈ।
खोटे खरे परखीअन ਸਾਹਿਬ ਕੇ ਦੀਵਾਨ। ਸਾਹਿਬ ਦੀ ਕਚਾਰੀ ਵਿੱਚ ਤੇ ਖੋਟੇ ਖਰਿਆਂ ਦੀ, ਉੱਥੇ ਤੇ ਕਰਮੀ ਕਰਮੀ ਹੋਏ ਵਿਚਾਰ, ਉੱਥੇ ਤੇ ਸਾਡੇ ਕਰਮਾਂ ਦੀ ਵਿਚਾਰ ਹੋਣੀ ਹੈ। ਉੱਥੇ ਇਹ ਨਹੀਂ ਕਹਿਣਾ ਕਿਸੇ ਨਾਲ ਪਾਰਸ਼ਿਟੀ ਨਹੀਂ ਹੈ। ਤਾਂ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਜੋ ਉਹਨੂੰ ਚੰਗਾ ਲੱਗਣਾ ਹੈ ਉਹੀ ਕੰਮ ਹੋਣਾ ਹੈ। ਤੇ ਅਸਲੀ ਗੱਲ ਇਹ ਵੇ ਕਿ ਤੂੰ ਉਹਦੀ ਰਜ਼ਾ ਵਿੱਚ ਆ ਜਾ ਕਿ ਹੈ ਪਰਮਾਤਮਾ ਤੂੰ ਬੇਅੰਤ ਹੈ, ਤੂੰ ਜੋ ਕਰਦਾ ਚੰਗਾ ਹੀ ਕਰਦਾ ਹੈ। ਤੇ ਫਿਰ ਕੀ ਹੁੰਦਾ ਹੈ? ਕਿਉਂ? ਕਿਉਂਕਿ ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਹਮੇਸ਼ਾ ਹੀ ਨਿਰੰਕਾਰ ਨਿਰ ਆਕਾਰ, ਤੂੰ ਆਕਾਰ ਤੋਂ ਰਹਿਤ ਪਰਮਾਤਮਾ ਜਿਹੜਾ ਕੋਈ ਚੱਕਰ ਚੈਨ ਨਹੀਂ ਹੈ। ਤੂੰ ਇੱਕ ਸ਼ਬਦ ਰੂਪ ਵਿੱਚ ਹੈ। ਜਿਹੜਾ ਤੇਰਾ ਸ਼ਬਦ, ਜਿਹੜੀ ਤੇਰਾ ਰੂਪ ਹੈ ਉਹ ਸਦਾ ਹੀ ਸਲਾਮਤ ਰਹਿਣਾ ਹੈ। ਅਸੀਂ ਆਣਾ ਹੈ, ਚਲੇ ਜਾਣਾ ਹੈ, ਪਰ ਪਰਮਾਤਮਾ ਨੇ ਸਦਾ ਹੀ ਸਲਾਮਤ ਰਹਿਣਾ ਹੈ। ਤਾਂ ਗੁਰੂ ਸਾਹਿਬ ਪਰਮਾਤਮਾ ਦੀ ਵਡਿਆਈ ਕਰਦੇ ਹੋਏ ਉਹਨੂੰ, ਪਰਮਾਤਮਾ ਨੂੰ ਇਹ ਗੱਲ ਕਹਿ ਰਹੇ ਨੇ ਕਿ ਮੇਰੇ ਅੱਗੇ ਚੱਲ ਕੇ ਵੀ ਕਹਿਣਗੇ ਨਾਨਕ ਨੀਚ ਕਹੈ ਵਿਚਾਰ, ਮੈਂ ਨੀਚ ਤੇਰੀ ਵਿਚਾਰ ਕੀ ਕਰ ਸਕਣਾ ਵਾਂ, ਜੋ ਤੈਨੂੰ ਚੰਗਾ ਲੱਗਦਾ ਹੈ। ਗੁਰੂ ਸਾਹਿਬ ਨੇ ਦੇਖੋ, ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਰਜ਼ਾ ਵਿੱਚ, ਮਹਾਰਾਜ ਨੇ ਉਸ ਪਰਮਾਤਮਾ ਦਾ ਸ਼ੁਕਰ ਹੀ ਕੀਤਾ ਹੈ, ਉਲਾਹਣਾ ਨਹੀਂ ਕੀਤਾ। ਕੋਈ ਮਹਾਰਾਜ ਨੇ ਸ਼ਿਕਵਾ ਨਹੀਂ ਕੀਤਾ। ਗੁਰੂ ਤੇਗ ਬਹਾਦਰ, ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹਾਦਤ ਦੇਣ ਵਕਤ ਇਹ ਨਹੀਂ ਕਿਹਾ ਕਿ ਪਰਮਾਤਮਾ ਮੈਂ ਤੁਹਾਡੇ ਵਾਸਤੇ ਗ੍ਰੰਥ ਉਚਾਰਿਆ, ਸੰਗਤ ਵਾਸਤੇ ਮੈਂ ਭਲਾਈ ਦੇ ਕਾਰਜ ਕੀਤੇ, ਮੈਂ ਕਦੀ ਬੁਰਾ ਬੋਲ ਨਹੀਂ ਬੋਲਿਆ, ਮੈਂ ਹਮੇਸ਼ਾ ਹੀ ਗੁਰਬਾਣੀ ਪੜ੍ਹੀ ਹੈ, ਮੈਂ ਇਹਦੇ ਬੱਲੇ ਤੁਸੀਂ ਮੈਨੂੰ ਇਹ ਕਾਰਜ, ਮੈਨੂੰ ਤੁਸੀਂ ਤੱਤੀ ਤਵੀ ਤੇ ਬਿਠਾ ਰਹੇ ਹੋ। ਨਹੀਂ, ਉਹਨਾਂ ਨੇ ਭਾਣੇ ਨੂੰ ਸਮਝ ਲਿਆ, ਇਹ ਪਰਮਾਤਮਾ ਤੇਰਾ ਭਾਣਾ ਹੈ। ਇਹ ਸਾਨੂੰ ਪੂਰਨੇ ਪਾ ਕੇ ਸਿੱਖ। ਕਿਸੇ ਨੇ ਕਿਹਾ ਜੀ ਉਹ ਕਰਮ ਹੋਣੇ ਨੇ, ਮੈਂ ਕਿਹਾ ਕਰਮ ਨਹੀਂ, ਇਹ ਸਾਡੇ ਵਾਸਤੇ ਪੂਰਨੇ ਪਾ ਕੇ ਗਏ ਨੇ ਕਿ ਕਿੱਥੇ ਪਰਮਾਤਮਾ ਕਦੀ ਐਸਾ ਵਕਤ ਵੀ ਦਿਖਾ ਦੇ, ਹੈ ਕੋਈ ਪੁੱਤਰ ਪਿਓ ਐਸਾ, ਲਾਸ਼ਾਂ ਪਈਆਂ ਹੋਣ ਤੇ ਲਾਸ਼ਾਂ ਨੂੰ ਛੱਡ ਕੇ ਚਲਾ ਜਾਵੇ, ਪਿੱਛੇ ਮੁੜ ਕੇ ਨਾ ਦੇਖੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਿੱਸੇ ਆਇਆ ਹੈ। ਨਹੀਂ ਤੇ ਮੈਂ ਕੱਲ ਵੀ ਕਿਹਾ ਸੀ ਕਿ ਇੱਕ ਗਰੀਬ ਜਿਹੜਾ ਹੁੰਦਾ ਹੈ ਨਾ, ਗਰੀਬ ਜਿਹਦੇ ਕੋਲ ਪੈਸਾ ਨਹੀਂ ਹੈ, ਉਹਦਾ ਪੁੱਤਰ ਵੀ ਕਦੀ ਰੱਬ ਨਾ ਕਰੇ ਚਲਾ ਜਾਵੇ ਸੰਸਾਰ ਤੋਂ, ਤੇ ਉਹ ਵੀ ਕਫਨ ਦੇ ਪੈਸੇ ਕਰਕੇ ਕਿਸੇ ਤਰੀਕੇ ਉਹਨੂੰ ਵੀ ਕਫਨ ਪੈ ਜਾਂਦਾ ਹੈ। ਪਰ ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਨੇ ਕਫਨ ਕੀ, ਉਹਨਾਂ ਦੇ ਵੱਲ ਵੇਖਿਆ ਵੀ ਨਹੀਂ ਔਰ ਉਸੇ ਤਰ੍ਹਾਂ ਵੇਖ ਕੇ ਨਿਕਲ ਗਏ ਅੱਗੇ। ਤਾਂ ਇਹ ਚੀਜ਼ਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਪਰਮਾਤਮਾ ਅੱਗੇ ਇਹੀ ਕਿਹਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਨ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਲ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਉਹਦਾ ਸੱਥਰ ਚੰਗਾ ਲੱਗਿਆ। ਇਹ ਨਹੀਂ ਕਿ ਸਾਡੇ ਵਰਗਾ ਹੋਵੇ, ਇੱਕ 10,000 ਦਾ ਨੁਕਸਾਨ ਹੋ ਜਾਏ, ਪਰਮਾਤਮਾ ਤੂੰ ਮੇਰੇ ਨਾਲ ਬੜਾ ਮਾੜਾ ਕੀਤਾ ਹੈ, ਤੂੰ ਮੈਨੂੰ ਸਾਰੀ ਉਮਰ ਇਸ ਤਰ੍ਹਾਂ ਕੀਤਾ ਹੈ, ਤੂੰ ਮੈਨੂੰ ਦੁੱਖ ਦਿੱਤੇ ਨੇ। ਪਰ ਗੁਰੂ ਸਾਹਿਬ ਨੇ ਆਨੰਦਪੁਰ ਦੇ ਵਿੱਚ ਜਿਹੜਾ ਖੇੜਾ ਸੀ ਉਹੀ ਮਾਛੀਵਾੜੇ ਦੇ ਵਿੱਚ ਸੀ। ਤਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸ ਦਿੱਤਾ ਸੰਸਾਰ ਦੇ ਲੋਕਾਂ ਨੂੰ, ਭਾਈ ਪਰਮਾਤਮਾ ਦੀ ਰਜ਼ਾ ਨੂੰ ਸਮਝ ਲਓ। ਜਿਸ ਦਿਨ ਰਜ਼ਾ ਸਮਝ ਲਓਗੇ ਤੁਸੀਂ, ਤੁਹਾਨੂੰ ਜੀਣ ਦੇ ਵਿੱਚ ਫਿਰ ਔਖਿਆਈ ਨਹੀਂ ਹੋਏਗੀ। ਬੰਦਾ ਫਿਰ ਸ਼ੁਕਰਾਨੇ ਵਿੱਚ ਜੀਏਗਾ, ਸ਼ਿਕਵੇ ਵਿੱਚ ਨਹੀਂ ਜੀਏਗਾ। ਸਾਡੀ ਕੀ ਹਾਲਤ ਹੈ? ਅਸੀਂ 10 ਵਸਤੂ ਲੈ ਪਾਛੇ ਪਾਵੇ, ਇੱਕ ਬਸ ਕਾਰਨ ਵਿਖੋੜ ਗਵਾਵੇ। ਪਰ ਪਰਮਾਤਮਾ ਚਾਵੇ एक भी ना दे 10 भी हिर ले तो मुड़ा को का करे। अगर वो चाहे तो सारियां ही खिंच ले तो की कर लेगा। तो इस करके परमात्मा का शुक्र विच जीए। जिहड़े शुक्र विच जिंदे ने वो परमात्मा दे नेड़े हो जाते हैं, जिहड़े शिकवे च जिंदे ने मेरे वर्गे वो दूर हो जाते हैं। तो गुरु साहब कहते हैं वो सदा सलामत है, उस निरंकार का जपना करो जिहड़ा सारियां नूं पालना कर रहा है, जो सारियां दा दाता है। दद्दा दाता एक है, सब को देवनहार, दिन दे टोट ना आवी गनत भरे भंडार। उहदे घर सब कुछ है साचे साहिबा, क्या ना ही घर तेरे, घर तां तेरे सब कुछ है, जिस दें सो पावे। ਉਹਦੇ ਕੋਲੋਂ ਮੰਗੋ ਜੋ ਸਾਰਿਆਂ ਨੂੰ ਦਾਤਾ ਦਿੰਦਾ। ਉਹ ਵੱਡਾ ਦਾਨੀ ਹੈ, ਸਾਰਿਆਂ ਨੂੰ ਦਾਤਾਰ ਹੈ। ਅਸੀਂ ਤੇ ਸਾਰੇ ਭਿਖਾਰੀ ਹਾਂ, ਅਸੀਂ ਭੀਖ ਲੈਣ ਆਏ ਹਾਂ ਪਰਮਾਤਮਾ ਕੋਲੋਂ। ਤੇ ਇਹ ਉੱਠ ਕੇ ਅਸੀਂ ਇਹ ਅਰਦਾਸ ਕਰਨੀ ਹੈ। ਭੁੱਲਾਂ ਚੁੱਕਾਂ ਖਿਮਾ ਕਰ ਦੇਣਾ, ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ। ਕਿਸੇ ਨੂੰ ਕੋਈ ਗੱਲ ਲੱਗੀ ਹੋਵੇ ਦਾਸ ਦੀ ਝੋਲੀ ਵਿੱਚ ਪਾ ਦੇਣਾ। ਬਚਨ ਗੁਰੂ ਦਾ ਜਾਣ ਕੇ ਹਿਰਦੇ 'ਚ ਵਸਾਉਣਾ।
ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।